ਸਿੱਧੂ ਆਉਂਦੇ ਨੇ, ਉਹ ਵੀ ਤੁਸੀਂ ਦੇਖਿਆ ਕਿੰਨਾ ਸਮਾਂ ਰੁਕਦੇ ਨੇ ਤੇ ਜਾਖੜ ਫੰਕਸ਼ਨ ਤੋਂ ਹੀ ਬਾਹਰ ਰਹੇ। ਤੁਹਾਨੂੰ ਲੱਗਦਾ ਇਹ ਚੰਗਾ ਮੈਸੇਜ ਆ ਰਿਹਾ? 115 ਹੈ, 115 ਘੱਟ। ਕਿਸੇ ਇੱਕ ਬੰਦੇ ਦੇ ਉੱਤੇ ਸਿਰ ਦੇ ਉੱਤੇ ਪਾਰਟੀ ਨਹੀਂ ਖੜੀ ਹੋਈ। ਸੋ ਇੱਕ ਬੰਦੇ ਨੂੰ ਐਡਾ ਵੱਡਾ ਨਾ ਕਰਦੀ ਹੈ ਵੀ ਉਹ ਪਾਰਟੀ ਤੋਂ ਵੀ ਉੱਪਰ ਉੱਠ ਕੇ ਉਹਨਾਂ ਬਾਰੇ ਗੱਲਾਂ ਹੋਣਗੀਆਂ। ਸਿੱਧੂ ਤੇ ਜਾਖੜ ਨੂੰ ਕਾਂਗਰਸ ਚੋਂ ਮਨਫੀ ਵੀ ਕਰ ਦਿੱਤਾ ਜਾਵੇ ਤਾਂ ਵੀ ਕਾਂਗਰਸ ਮਜ਼ਬੂਤ ਹੈ। ਮੈਂ ਚਾਹੁੰਦਾ ਵਾਂ ਵੀ ਜਾਖੜ ਸਾਹਿਬ ਪਾਰਟੀ ਵਿੱਚ ਰਹਿਣ। ਤੁਸੀਂ ਕਿਹਾ ਇੱਕ ਬੰਦੇ ਨੂੰ ਨਾ ਦੇਖੋ, ਬੰਦਾ ਇੱਕ ਨਹੀਂ ਹੈ, ਪਰ ਸਿੱਧੂ ਦੇ ਨਾਲ ਹੋਰ ਵੀ ਤਾਂ ਉਹਨਾਂ ਦਾ ਜਿਹੜਾ ਕਾਡਰੀ ਕਹਿ ਲਓ ਜਾਂ ਹੋਰ ਵੀ ਤਾਂ ਬਹੁਤ ਸਾਰੇ ਸਹਿਯੋਗੀ ਨੇ ਨਾ ਜਿਹੜਾ ਉਹਨਾਂ ਦੇ ਨਾਲ ਨੇ, ਅਲੱਗ ਮੀਟਿੰਗਸ ਹੁੰਦੀਆਂ ਨੇ। ਇੱਕ ਪਾਸੇ ਸਿੱਧੂ, ਦੂਜੇ ਪਾਸੇ ਜਾਖੜ ਤੇ ਤੀਜੇ ਨਾਲ ਪਾਸੇ ਆਸ਼ੂ ਨਾਲ ਵੀ ਹੋ ਗਿਆ। ਅੱਜ ਭਗਵੰਤ ਮਾਨ ਤੇ ਕੇਜਰੀਵਾਲ ਦੀ ਖੜਕਦੀ ਪਈ ਆ। ਅੱਜ ਕਈ ਇਹਨਾਂ ਦੇ ਐਮਐਲਏ ਐਮਪੀਆਂ ਦੀ, ਅਮਨ ਅਰੋੜਾ ਜੀ ਦੀ ਖੜਕ ਗਈ, ਆਪਣਾ ਬਲਜਿੰਦਰ ਕੌਰ ਜੀ ਦੀ ਖੜਕ ਗਈ। ਹਲਕਾ ਲਾਂਬਾ ਦੇ ਉੱਤੇ ਪਰਚਾ ਦਰਜ ਕਰਨਾ ਬਹੁਤ ਜ਼ਿਆਦਾ ਗਲਤ ਗੱਲ। ਭਗਵੰਤ ਮਾਨ ਜੀ ਹੋਣੀ ਅੰਬੇਦਕਰ ਦੀਆਂ, ਆਪਣਾ ਕੀ ਕਹਿੰਦੇ ਭਗਤ ਸਿੰਘ ਜੀ ਦੀਆਂ ਫੋਟੋਆਂ ਲਾਉਂਦੇ ਆ ਪਿੱਛੇ। ਕੀ ਉਸ ਵਿਚਾਰਧਾਰਾ ਤਹਿਤ ਇਹਨਾਂ ਨੇ ਪਰਚੇ ਦਰਜ ਕੀਤੇ ਆ? ਬਦਲਾਵ ਦੀ ਜਗ੍ਹਾ ਬਦਲਾ ਲੈਣ ਦੀ ਕੋਸ਼ਿਸ਼ ਕਰ ਰਹੇ ਆ। ਵੋਟਾਂ ਬਦਲਾਵ ਨੂੰ ਪਈਆਂ ਸੀ, ਬਦਲਿਆਂ ਨੂੰ ਨਹੀਂ ਪਈਆਂ ਸੀ। ਪਰ ਢਿੱਲੋਂ ਸਾਹਿਬ, ਜਿਹੜੇ ਸੀ ਬਦਲਾਅ ਤੋਂ ਬਦਲੇ ਦੀ ਗੱਲ ਕਰਦੇ ਹੋ, ਤੁਹਾਡੇ ਹਲਕੇ ਤੋਂ ਹੀ ਸ਼ੁਰੂ ਹੋਇਆ, ਕਿਉਂਕਿ ਤੁਹਾਡੇ ਹਲਕੇ ਦੇ ਵਿੱਚ ਹੀ FIR ਦਰਜ ਹੋਇਆ, ਤੁਹਾਡੇ ਹਲਕੇ ਦੀ ਹੀ, ਤੁਹਾਡੇ ਜ਼ਿਲ੍ਹੇ ਦੀ ਹੀ ਪੁਲਿਸ ਗਈ ਹੈ। ਉਹੀ ਚੀਜ਼ਾਂ ਕਰ ਰਹੇ ਆ ਜੋ ਅਕਾਲੀ ਦਲ ਨੇ ਪਰਚੇ ਦਰਜ ਕੀਤੇ ਆ ਕੇ। ਉਹੀ ਕੰਮ ਕਰ ਰਹੇ ਆ ਜੋ BJP ED ਰਾਹੀਂ ਕਰਦੀ ਆ। ਕਾਂਗਰਸ ਇਹ ਨਹੀਂ ਕਰਦੀ ਪਰਚੇ ਦਰਜ? ਕਾਂਗਰਸ ਵੀ ਕਰਦੀ ਸੀ, ਕਾਂਗਰਸ ਨੇ ਵੀ ਕੀਤੇ ਹੋਣਗੇ ਕਿਤੇ ਨਾ ਕਿਤੇ। BJP ਵਾਲੇ ਸ਼ਰੇਆਮ ਕਹਿੰਦੇ ਵੀ ਅਸੀਂ ਤਾਂ ਬਈ ਮੁਸਲਮਾਨ ਵਿਰੋਧੀ ਆ, ਔਰ ਲੋਕਾਂ ਨੂੰ ਲੱਗਦਾ ਹਾਂ ਭਈ ਇਹ ਵਾਕਈ ਮੁਸਲਮਾਨ ਵਿਰੋਧੀ ਆ। ਸਾਡੇ ਵਾਲੇ ਨਾ ਤਾਂ ਇਹ ਦਰਸਾ ਪਾਉਂਦੇ ਆ ਵੀ ਅਸੀਂ ਵੀ ਸੈਕੂਲਰ ਆ। ਕਿਉਂ? ਕਿਉਂਕਿ ਫਿਰ ਜਦੋਂ ਕਈ ਇਹੋ ਜਿਹੇ ਫੈਸਲੇ ਲਿੱਤੇ ਜਾਂਦੇ ਜਿੱਥੇ ਸਾਡੇ ਸੈਕੂਲਰ ਕ੍ਰੈਡੈਂਸ਼ੀਅਲਸ ਦੇ ਉੱਤੇ ਸਵਾਲ ਚੱਕੇ ਜਾਂਦੇ ਆ। ਵਿਧਾਨ ਸਭਾ ਚੋਣਾਂ 'ਚ ਵੱਡੀ ਹਾਰ ਤੋਂ ਬਾਅਦ ਕਾਂਗਰਸ ਨੇ ਆਪਣੇ ਜਥੇਬੰਦਕ ਢਾਂਚੇ 'ਚ ਬਦਲਾਅ ਕੀਤਾ। ਬਦਲਾਅ 'ਚੋਂ ਨਿਕਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਭਾਰਤ ਭੂਸ਼ਣ ਆਸ਼ੂ ਵਰਕਿੰਗ ਪ੍ਰੈਜ਼ੀਡੈਂਟ। ਸਾਡੇ ਨਾਲ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ। ਬਰਿੰਦਰ ਢਿੱਲੋਂ ਨਾਲ ਨੇ। ਢਿੱਲੋਂ ਸਾਹਿਬ, ਕਾਂਗਰਸ ਨੂੰ ਨਵਾਂ ਪ੍ਰਧਾਨ ਰਾਜਾ ਵੜਿੰਗ ਦੇ ਰੂਪ 'ਚ ਕਿਵੇਂ ਦੇਖਦੇ ਹੋ? ਦੇਖੋ, ਇੱਕ ਬੜੀ ਚੰਗੀ ਸੋਚ ਆ ਜੀ। ਜ਼ਮੀਨ ਤੋਂ ਉੱਠੇ ਆ ਜੀ। ਔਰ ਵੱਡੀ ਇਹ ਗੱਲ ਆ ਵੀ ਤਜਰਬਾ ਵੀ ਨਾਲ ਆ। ਇਸ ਉਮਰ ਦੇ ਵਿੱਚ 3 ਵਾਰ MLA ਹੋਣਾ ਜੀ, ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਹੋਣਾ, ਔਰ ਥੱਲੋਂ ਜ਼ਮੀਨ ਤੋਂ ਚੱਲ ਕੇ ਆਪਣਾ ਸਫ਼ਰ ਆਪ ਬਿਨਾਂ ਰਾਜਨੀਤਿਕ ਪਿਛੋਕੜ ਤੋਂ ਕਰਨਾ ਜੀ, ਆਪਣੇ ਆਪ ਦੇ ਵਿੱਚ ਇੱਕ ਅਚੀਵਮੈਂਟ ਆ। ਸੋ ਐਕਸਪੀਰੀਅੰਸ ਵੀ ਆ, ਪ੍ਰੈਜ਼ੈਂਟ ਸੈਟਅਪ, ਪ੍ਰੈਜ਼ੈਂਟ ਸਿਸਟਮ ਦੀ ਸਮਝ ਵੀ ਆ ਜੀ। ਸੋ ਇੱਕ ਚੰਗੀ ਗੱਲ ਆ, ਚੰਗੀ ਵਧੀਆ ਮਜ਼ਬੂਤ ਟੀਮ ਜਿਹੜੀ ਆ ਕਾਂਗਰਸ ਪਾਰਟੀ ਦੀ ਬਣੀ ਆ। ਤੇ ਜਿਵੇਂ ਗੱਲ ਕਰਾਂ, ਜਿਹੜੀਆਂ ਢਿੱਲੋਂ ਸਾਹਿਬ ਪਹਿਲਾਂ ਵਾਲੀਆਂ ਟੀਮਾਂ ਸੀ ਉਹ ਮਜ਼ਬੂਤ ਨਹੀਂ ਸੀ, ਚਾਹੇ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਰਹੇ ਹੋਣ, ਕੈਪਟਨ ਰਹੇ ਹੋਣ, ਸਿੱਧੂ ਰਹੇ ਹੋਣ। ਹਰ ਬੰਦੇ ਦੀ ਆਪਣੀ ਆਪਣੀ ਪਹਿਚਾਣ ਹੁੰਦੀ ਆ, ਹਰ ਬੰਦੇ ਦੀ ਆਪਣੀ ਆਪਣੀ ਚੁਣੌਤੀਆਂ ਹੁੰਦੀਆਂ। ਅੱਜ ਇਸ ਸਮੇਂ ਦੇ ਵਿੱਚ ਜਦੋਂ ਕਾਂਗਰਸ ਪਾਰਟੀ 'ਚ ਇੱਕ ਨਿਰਾਸ਼ਾ, ਇੱਕ ਬੜੀ ਕਰਾਰੀ ਹਾਰ ਹੋਈ ਆ, ਇਹਦੇ ਵਿੱਚ ਇੱਕ ਨੌਜਵਾਨ ਜਿਨ੍ਹਾਂ ਦੇ ਸ਼ਾਇਦ ਅੱਜ ਐਨਰਜੀ ਬਹੁਤ ਆ, ਔਰ ਪਹਿਲੋਂ ਵੀ ਪ੍ਰਧਾਨਾਂ ਨੇ ਤਾਂ ਹੀ ਤਾਂ ਕਾਂਗਰਸ ਸਰਕਾਰਾਂ ਬਣੀਆਂ ਜੀ। ਪਹਿਲੋਂ ਵੀ ਤਾਂ 10 ਸਾਲ ਅਸੀਂ ਜਦੋਂ 10 ਸਾਲ ਅਸੀਂ ਬਾਹਰ ਹੋ ਗਏ ਸੀ ਜੀ, ਉਦੋਂ ਕਿਹੜਾ ਸੌਖਾ ਟਾਈਮ ਸੀ। ਉਦੋਂ ਅਕਾਲੀ ਦਲ ਦਾ ਬੋਲਬਾਲਾ ਸੀ, 25 ਸਾਲ ਰਾਜ ਕਰਨ ਦੀਆਂ ਗੱਲਾਂ ਸੀ। ਉੱਥੋਂ ਵੀ ਤਾਂ ਕਾਂਗਰਸ ਨੇ ਵਾਪਸੀ ਕੀਤੀ ਨਾ। ਸੋ ਅੱਜ ਵੀ ਇੱਕ ਨਵੀਂ ਚੈਲੰਜ ਆਇਆ ਵਾ, ਅੱਜ ਇੱਕ ਨਵੇਂ ਰੂਪ 'ਚ ਆਮ ਆਦਮੀ ਉੱਭਰੀ ਆ। ਸੋ ਲੋਕਾਂ ਦਾ ਵਿਸ਼ਵਾਸ ਜਿਹੜਾ ਵਾ ਸਾਡੇ ਤੋਂ ਉੱਠਿਆ ਵਾ। ਸੋ ਕੋਸ਼ਿਸ਼ ਆ ਵੀ ਇਹ ਕਿਵੇਂ ਇਸ ਵਿਸ਼ਵਾਸ ਨੂੰ ਦੁਬਾਰਾ ਪੈਦਾ ਕਰੀਏ, ਲੋਕਾਂ ਵਿੱਚ ਜਾਈਏ, ਜਿੱਥੇ ਸਾਡੀਆਂ ਕਮੀਆਂ ਵਾ ਉਹਨਾਂ ਨੂੰ ਸੁਧਾਰੀਏ, ਔਰ ਪੰਜਾਬ ਦੇ ਇੱਕ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਜਾਬੀਅਤ ਦੀ, ਉਹਨੂੰ ਚੰਗੀ ਤਰ੍ਹਾਂ ਲੋਕਾਂ ਤੱਕ ਰੂਬਰੂ ਹੋ ਕੇ ਉਸ ਮੈਸੇਜ ਨੂੰ ਦੁਨੀਆ ਵਿੱਚ ਫੈਲਾਈਏ ਔਰ ਇੱਕ ਚੰਗਾ ਮੈਸੇਜ ਦਈਏ ਪੰਜਾਬ ਵਾਸਤੇ। ਪਰ ਢਿੱਲੋਂ ਸਾਹਿਬ, ਮੈਸੇਜ ਚੰਗਾ ਜਾਊਗਾ ਕਿਵੇਂ? ਸਿੱਧੂ ਆਉਂਦੇ ਨੇ, ਉਹ ਵੀ ਤੁਸੀਂ ਦੇਖਿਆ ਕਿੰਨਾ ਸਮਾਂ ਰੁਕਦੇ ਨੇ ਤੇ ਜਾਖੜ ਫੰਕਸ਼ਨ ਤੋਂ ਹੀ ਬਾਹਰ ਰਹੇ। ਕੀ ਤੁਹਾਨੂੰ ਲੱਗਦਾ ਇਹ ਚੰਗਾ ਮੈਸੇਜ ਆ ਰਿਹਾ? ਦੇਖੋ, 117 ਅਸੈਂਬਲੀਆਂ ਦੇ ਵਿੱਚ 117 ਲੋਕ ਲੜੇ ਸੀ ਜੀ, 115 ਆਏ। 115 ਘੱਟ ਆ ਜਾਂ ਆਪਾਂ ਇੱਕ ਬੰਦੇ ਦੇ ਉੱਤੇ ਹੀ ਫੋਕਸ ਰੱਖੀਏ ਵੀ ਉਹ ਬੰਦਾ ਆਇਆ, ਉਹ ਬੰਦਾ ਚਲਾ ਗਿਆ, ਉਹ ਬੰਦੇ ਨੇ ਆਹ ਕਰਤਾ, ਉਹ ਬੰਦੇ ਨੇ ਉਹ ਕਰਤਾ। ਕੀ ਇੱਕ ਬੰਦਾ ਐਡਾ ਵੱਡਾ ਹੋ ਗਿਆ ਵੀ ਸਾਬਕਾ ਪ੍ਰਧਾਨ, ਸਾਬਕਾ ਮੁੱਖ ਮੰਤਰੀ, ਸਾਬਕਾ ਲੀਡਰ, ਇੰਨੇ ਲੋਕ ਆ, ਉਹਨਾਂ ਨੂੰ ਛੱਡ ਕੇ ਸਾਰਾ ਫੋਕਸ ਇੱਕ ਬੰਦੇ ਦੇ ਉੱਤੇ ਖੜਾ ਕਰ ਦਈਏ? ਸੋ ਇਸ ਕਰਕੇ ਮੇਰੇ ਹਿਸਾਬ ਨਾਲ ਤੁਸੀਂ ਇਹ ਵੇਖੋ ਵੀ ਕਿੰਨੇ ਸਾਬਕਾ ਪ੍ਰਧਾਨ, ਮੁੱਖ ਮੰਤਰੀ ਸਾਬਕਾ ਉਹ ਵੀ ਆਏ। ਜਿਹੜਾ ਨਹੀਂ ਆਉਂਦਾ ਆਪਾਂ ਉਹਦੇ ਵੱਲ ਕਿਉਂ ਇੰਨਾ ਭੱਜਦੇ ਹਾਂ?
ਜਿਹੜੇ ਆ ਗਏ ਉਹਨੂੰ ਉਹ ਨਹੀਂ ਆਉਂਦੇ, ਫਿਰ ਤੁਸੀਂ ਉਹਨਾਂ ਵੱਲ ਭੱਜਣਾ ਸੀ। ਸੋ ਇੱਕ ਅੱਧੇ ਨੇ ਤਾਂ ਐਂ ਕਰਨਾ ਹੀ ਹੁੰਦਾ, ਕਿਸੇ ਨਾ ਕਿਸੇ ਨੇ ਤਾਂ ਐਂ ਕਰਨਾ। ਲੇਕਿਨ ਪਾਰਟੀ ਦੇ ਵਿੱਚ ਬਹੁਤ ਨਾਮੀ ਚਿਹਰੇ ਆ, ਪਾਰਟੀ ਦੇ ਵਿੱਚ ਬੜਾ ਇੱਕ ਵੱਡਾ ਮੈਂ ਕਹੂੰਗਾ ਆਵਾ ਮੰਡਲ ਆ ਜਿਹਦੇ ਅੰਦਰ ਇਸ ਪਾਰਟੀ ਨੂੰ ਖੜਾ ਕੀਤਾ ਵਾ। ਕਿਸੇ ਇੱਕ ਬੰਦੇ ਦੇ ਉੱਤੇ ਸਿਰ ਦੇ ਉੱਤੇ ਪਾਰਟੀ ਨਹੀਂ ਖੜੀ ਹੋਈ। ਮਤਲਬ ਜੇ ਸਿੱਧੂ ਤੇ ਜਾਖੜ ਨੂੰ ਕਾਂਗਰਸ ਚੋਂ ਮਨਫੀ ਵੀ ਕਰ ਦਿੱਤਾ ਜਾਵੇ ਤਾਂ ਵੀ ਕਾਂਗਰਸ ਮਜ਼ਬੂਤ ਆ। ਦੇਖੋ, ਮੈਂ ਜਾਖੜ ਸਾਹਿਬ ਨੂੰ ਨਿੱਜੀ ਤੌਰ ਦੇ ਉੱਤੇ ਬਹੁਤ ਜ਼ਿਆਦਾ ਪਸੰਦ ਕਰਦਾ ਜੀ। ਮੇਰੀ ਆਪ ਦੀ ਇੱਕ ਐਜ਼ ਅ ਯੰਗਸਟਰ ਮੈਨੂੰ ਉਹਨਾਂ ਨੂੰ ਸੁਣਨਾ ਚੰਗਾ ਲੱਗਦਾ, ਮੈਨੂੰ ਉਹਨਾਂ ਦੀ ਗੱਲਾਂ ਚੰਗੀਆਂ ਲੱਗਦੀਆਂ, ਔਰ ਮੈਂ ਚਾਹੁੰਦਾ ਵਾਂ ਵੀ ਜਾਖੜ ਸਾਹਿਬ ਪਾਰਟੀ ਵਿੱਚ ਰਹਿਣ ਜੀ। ਨਵਜੋਤ ਸਿੱਧੂ ਦਾ ਵੀ ਆਪਣਾ ਇੱਕ ਕੱਦ ਆ, ਇੱਕ ਉਹਨਾਂ ਦਾ ਦੁਨੀਆ 'ਚ ਨਾਮ ਆ। ਮੇਰੇ ਚਾਹਣ ਜਾਂ ਨਾ ਚਾਹਣ ਨਾਲੋਂ ਪਰ ਇਹ ਇੰਪੋਰਟੈਂਟ ਆ ਵੀ ਕੀ ਉਹ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਡਿਸਪਲਿਨ ਦੇ ਵਿੱਚ ਰਹਿੰਦੇ ਆ ਜਾਂ ਨਹੀਂ ਰਹਿੰਦੇ। ਕੌਣ ਜੋ ਵੀ ਆ, ਭਾਵੇਂ ਮੈਂ ਵਾਂ ਭਾਵੇਂ ਕੋਈ ਵੀ। ਸੋ ਮੇਰੇ ਹਿਸਾਬ ਨਾਲ ਕਿਸੇ ਇੱਕ ਵਿਅਕਤੀ ਦੇ ਉੱਤੇ ਕੋਈ ਮੈਂ ਕੋਈ ਉਹਨਾਂ ਦੇ ਹੱਕ ਵਿੱਚ ਜਾਂ ਉਹਨਾਂ ਦੇ ਅਗੇਂਸਟ ਨਹੀਂ ਬੋਲਣਾ ਚਾਹੁੰਦਾ ਕਿਸੇ ਦੇ ਵੀ। ਜੀ। ਮੁੱਦੇ ਬਹੁਤ ਆ, ਮੁੱਦਿਆਂ ਦੀ ਹੋਰ ਬਹੁਤ ਗੱਲਾਂ ਵਾ। ਸੋ ਇੱਕ ਬੰਦੇ ਨੂੰ ਐਡਾ ਵੱਡਾ ਨਾ ਕਰ ਦਈਏ ਵੀ ਉਹ ਪਾਰਟੀ ਤੋਂ ਵੀ ਉੱਪਰ ਉੱਠ ਕੇ ਉਹਨਾਂ ਬਾਰੇ ਗੱਲਾਂ ਹੋਣੀਆਂ। ਕਾਂਗਰਸ ਪਾਰਟੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਪਾਰਟੀ ਆ, ਬੜੀ ਸਭ ਤੋਂ ਪੁਰਾਣੀ ਪਾਰਟੀ ਆ। ਪਾਰਟੀ ਦੀ ਅਚੀਵਮੈਂਟਸ ਬਹੁਤ ਆ, ਪਾਰਟੀ ਦੇ ਵਿੱਚ ਕਮੀਆਂ ਵੀ ਬਹੁਤ ਆ। ਪਾਰਟੀ ਦੀ ਕਮੀਆਂ ਨੂੰ ਕਿਵੇਂ ਦੂਰ ਕਰਨਾ, ਉਹਦੇ ਵਿੱਚ ਆ ਵੀ ਇੱਕ ਕਮੀ ਆ ਜਿਹਦੇ ਅੰਦਰ ਆਪਾਂ ਇਹ ਗੱਲ ਕਰਦੇ ਹਾਂ ਵੀ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਸੀ ਵੀ ਯੂਨਿਟੀ ਨਹੀਂ ਹੈਗੀ। ਸੋ ਇਹ ਕਿਵੇਂ ਦੂਰ ਕਰਨੀ ਆ, ਇਹੀ ਇੱਕ ਸਾਡੇ ਅੱਗੇ ਸਭ ਤੋਂ ਵੱਡਾ ਚੈਲੰਜ ਆ। ਤੁਸੀਂ ਜਾਖੜ ਦੀ ਪ੍ਰਧਾਨਗੀ ਵੀ ਦੇਖੀ, ਕੈਪਟਨ ਦੀ ਵੀ, ਬਾਜਵਾ ਦੀ ਵੀ, ਸਿੱਧੂ ਦੀ ਵੀ, ਤੇ ਹੁਣ ਵੜਿੰਗ ਦੀ। ਕੀ ਲੱਗਦਾ ਵੜਿੰਗ 'ਚ ਐਸਾ ਕੀ ਖਾਸ ਆ ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ, ਜਾਂ ਕੀ ਫਰਕ ਤੁਸੀਂ ਸਮਝਦੇ? ਸ਼ੁਰੂ ਹੋਊਗਾ ਵੜਿੰਗ ਸਾਹਿਬ ਦਾ ਸਫ਼ਰ, ਲੇਕਿਨ ਕਿਉਂਕਿ ਮੈਂ ਉਹਨਾਂ ਦੇ ਅੰਡਰ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸੀ, ਔਰ ਮੈਂ ਉਦੋਂ ਲੋਕ ਸਭਾ ਦਾ ਯੂਥ ਕਾਂਗਰਸ ਦਾ ਪ੍ਰਧਾਨ ਸੀ। ਉਸ ਤੋਂ ਬਾਅਦ ਅਸੀਂ ਇੱਕ ਵਾਰ ਉਹਨਾਂ ਨਾਲ ਕੇਜਰੀਵਾਲ ਦੇ ਘਰ ਜਾਣ ਦਾ ਵੀ ਮੌਕਾ ਮਿਲਿਆ ਬੱਸਾਂ ਵਾਲੇ ਮੁੱਦੇ ਦੇ ਉੱਤੇ। ਸੋ ਉਹਨਾਂ ਨਾਲ ਕੰਮ ਕਰਨ ਦੇ ਬੜੇ ਮੌਕੇ ਮਿਲੇ ਆ, ਧਰਨੇ ਬੜੇ ਮਾਰੇ ਆ ਉੱਥੇ। ਉਹਨਾਂ ਦੇ ਵਿੱਚ ਇੱਕ ਜ਼ਮੀਨੀ ਪੱਧਰ ਦੇ ਉੱਤੇ ਨਾ ਉਹ ਮਤਲਬ ਇੱਕ ਕੋਈ ਅਗਰ ਉਹਨਾਂ ਨੂੰ ਤੁਸੀਂ ਵੇਖਿਆ ਜਾਵੇ ਤੇ ਉਹ ਜ਼ਮੀਨੀ ਹਕੀਕਤ ਨੂੰ ਬੜਾ ਅੱਗੇ ਰੱਖ ਕੇ ਚੱਲਦੇ ਆ। ਟ੍ਰੈਡੀਸ਼ਨਲ ਪੋਲਿਟਿਕਸ ਹੁੰਦੀ ਆ ਵੀ ਆਪਾਂ ਇੱਕ ਸੈੱਟ ਪੈਟਰਨ ਦੇ ਉੱਤੇ ਚੱਲੀਏ, ਲੇਕਿਨ ਉਹ ਕਈ ਵਾਰ ਨਵੀਆਂ ਇਨੋਵੇਟਿਵ ਚੀਜ਼ਾਂ ਕਰਦੇ ਆ। ਉਹਨਾਂ ਦਾ ਕੈਂਪੇਨ ਦਾ ਸਟਾਈਲ ਵੀ ਵੇਖ ਲਓ, ਉਹਨਾਂ ਦੀ ਲੜਨ ਦੀ ਸ਼ਮਤਾ ਵੀ ਵੇਖ ਲਓ ਜੀ। ਔਰ ਅੱਜ ਜਿਸ ਸੋਚ ਨਾਲ ਉਹ ਚੱਲ ਰਹੇ ਆ ਕਾਂਗਰਸ ਪਾਰਟੀ ਦੇ ਵਿੱਚ ਇੱਕ ਸਟਰਕਚਰ ਖੜਾ ਕਰਨ ਦੀ, ਇੰਡੀਵਿਜੂਅਲਸ ਨੂੰ ਛੱਡ ਕੇ ਪਾਰਟੀ ਨੂੰ ਖੜਾ ਕਰਨ ਦੀ ਅੱਜ ਸਮੇਂ ਦੇ ਹਿਸਾਬ ਨਾਲ ਇਹਦੀ ਲੋੜ ਵੀ ਆ। ਬਿਨਾਂ ਸ਼ੱਕ ਰਾਜਾ ਵੜਿੰਗ ਜਦੋਂ ਤੋਂ ਉਹਨਾਂ ਨੂੰ ਐਲਾਨਿਆ ਗਿਆ, ਬਹੁਤ ਮਤਲਬ ਤੇਜ਼ੀ ਦੇ ਨਾਲ ਉਹ ਐਕਟਿਵ ਨੇ, ਪੂਰੇ ਪੰਜਾਬ ਦੇ ਵਿੱਚ ਜਾ ਕੇ ਕਾਂਗਰਸੀ ਵਰਕਰਾਂ ਨੂੰ ਮਿਲਦੇ ਨੇ, ਲੀਡਰਾਂ ਨੂੰ ਮਿਲਦੇ ਨੇ। ਪਰ ਜਿਹੜਾ ਰਾਜਾ ਵੜਿੰਗ ਨੇ 3D ਮੰਤਰਾ ਦਿੱਤਾ, ਡਿਸਪਲਿਨ, ਡੈਡੀਕੇਸ਼ਨ ਤੇ ਹੋਰ, ਹੈ ਨਾ, ਤੇ ਉਹ ਡਿਸਪਲਿਨ ਫਿਰ ਜਿਵੇਂ ਤੁਸੀਂ ਕਿਹਾ ਇੱਕ ਬੰਦੇ ਨੂੰ ਨਾ ਦੇਖੋ, ਬੰਦਾ ਇੱਕ ਨਹੀਂ ਹੈ, ਪਰ ਸਿੱਧੂ ਦੇ ਨਾਲ ਹੋਰ ਵੀ ਤਾਂ ਉਹਨਾਂ ਦਾ ਜਿਹੜਾ ਕਾਡਰੀ ਕਹਿ ਲਓ ਜਾਂ ਹੋਰ ਵੀ ਤਾਂ ਬਹੁਤ ਸਾਰੇ ਸਹਿਯੋਗੀ ਨੇ ਨਾ ਜਿਹੜੇ ਉਹਨਾਂ ਦੇ ਨਾਲ ਨੇ, ਅਲੱਗ ਮੀਟਿੰਗਸ ਹੁੰਦੀਆਂ ਨੇ। ਤੁਸੀਂ ਡਿਸਪਲਿਨ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਚੱਲੂਗਾ ਨਾ। ਅਗਰ ਅੱਜ ਉਹ ਰਾਜਾ ਵੜਿੰਗ ਜੀ ਨਹੀਂ ਬੋਲ ਰਹੇ, ਉਹ PCC ਪ੍ਰਧਾਨ ਬੋਲ ਰਹੇ ਆ ਜੀ। ਔਰ ਜਦੋਂ PCC ਪ੍ਰਧਾਨ ਕੁਛ ਗੱਲ ਕਰਦੇ ਆ ਤੇ ਉਹ ਸਭ ਨੂੰ ਮੰਨਣੀ ਪੈਂਦੀ ਆ, ਉਹ ਭਾਵੇਂ ਕੋਈ ਮੁੱਖ ਮੰਤਰੀ ਹੋਵੇ ਭਾਵੇਂ ਕੋਈ ਵਰਕਰ ਹੋਵੇ। ਅਗਰ ਉਹ ਡਿਸਪਲਿਨ ਦੀ ਗੱਲ ਕਰ ਰਹੇ ਆ ਤੇ ਫਿਰ ਉਹ ਸਾਰਿਆਂ ਦੇ ਉੱਤੇ ਲਾਗੂ ਆ, ਉਹ ਇਕੱਲੇ ਇੱਕ ਬੰਦੇ ਤੇ ਜਾਂ ਇੱਕ ਛੋਟੇ ਜਾਂ ਵੱਡੇ ਵਰਕਰ ਦੇ ਉੱਤੇ ਨਹੀਂ ਲਾਗੂ ਆ। ਅੱਛਾ, ਅੱਜ ਸਮਾਗਮ ਦੇ ਵਿੱਚ ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਿ ਹਰੀਸ਼ ਚੌਧਰੀ ਜੀ ਨੇ ਆਸ਼ੂ ਜੀ ਦੇ ਹੱਥ ਚੋਂ ਬਰਫੀ ਖੋਲੀ, ਬੜਾ ਟਰੋਲ ਹੋ ਰਹੀ ਹੈ ਕਾਂਗਰਸ ਪਾਰਟੀ। ਦੇਖੋ, ਤੁਸੀਂ ਉਹ ਮੀਡੀਆ ਵਾਲੇ ਹੋ, ਤੁਸੀਂ ਕੁਝ ਵੀ ਟਰੋਲ ਕਰ ਸਕਦੇ ਹੋ, ਤੁਸੀਂ ਕੁਝ ਵੀ ਬਣਾ ਸਕਦੇ ਹੋ। ਟਰੋਲ ਨਹੀਂ ਕਰਦੇ, ਦੇਖੋ ਕੈਮਰੇ ਦੇ ਸਾਹਮਣੇ ਚੱਲ ਰਹੀ ਹੈ ਨਾ, ਤੁਸੀਂ ਵੀਡੀਓ ਦੇਖੀ ਆ? ਤੁਸੀਂ ਉਸ ਗੱਲ ਦਾ ਮਾਇਨੇ ਸਮਝੋ। ਆਸ਼ੂ ਜੀ ਨੇ ਤੇ ਅੱਜ ਬਰਫੀ ਖਾਣੀ ਸੀ ਆਪ, ਹਰੀਸ਼ ਜੀ ਨੇ ਤੇ ਉਹਨਾਂ ਨੂੰ ਬਰਫੀ ਖਵਾਣ ਕਰਕੇ ਉਹਨਾਂ ਨੂੰ ਕਿਹਾ ਵੀ ਅੱਜ ਤੁਹਾਨੂੰ ਖਵਾਣੀ ਆ, ਔਰ ਪ੍ਰਤਾਪ ਬਾਜਵਾ ਜੀ ਨੇ ਖਵਾਣੀ ਆ। ਅੱਜ ਆਸ਼ੂ ਜੀ ਦੇ ਵੀ ਤਾਂ ਤਾਜਪੋਸ਼ੀ। ਹੁਣ ਰਾਜਾ ਵੜਿੰਗ ਜੀ ਮੰਨ ਲਓ ਅਗਰ ਉੱਥੇ ਖੜੇ ਹੁੰਦੇ ਔਰ ਜਾਂ ਉੱਥੇ ਆਸ਼ੂ ਜੀ ਜਦੋਂ ਉੱਥੇ ਖੜੇ ਸੀ, ਉਹਨਾਂ ਦਾ ਇਹ ਮਤਲਬ ਸੀ ਵੀ ਪ੍ਰਤਾਪ ਬਾਜਵਾ ਜੀ ਨੇ ਅੱਜ, ਉਹ ਸਾਡੇ CLP ਲੀਡਰ ਆ, ਉਹਨਾਂ ਦੇ ਹੱਥੋਂ ਖਾਣੀ, ਕਿਉਂਕਿ ਅੱਜ ਉਹਨਾਂ ਦੋਵਾਂ ਦਾ ਪ੍ਰੋਗਰਾਮ ਸੀ। ਅੱਜ ਆਸ਼ੂ ਜੀ ਤਾਂ ਖਾਣ ਵਾਲਿਆਂ ਚੋਂ ਸੀ, ਨਾ ਕਿ ਖਵਾਉਣ ਵਾਲਿਆਂ ਚੋਂ ਸੀ। ਸੋ ਆਸ਼ੂ ਜੀ ਦਾ ਇਸ ਕਰਕੇ ਉਹਨਾਂ ਨੇ ਆਪ ਫੜੀ ਵੀ ਨਹੀਂ, ਤੁਹਾਨੂੰ ਅਸੀਂ ਖਵਾਵਾਂਗੇ, ਔਰ ਪ੍ਰਤਾਪ ਬਾਜਵਾ ਜੀ ਨੂੰ ਆਪ ਕਿਉਂਕਿ ਉਹ CLP ਲੀਡਰ ਆ ਤੇ ਇਸ ਕਰਕੇ ਉਹ ਖਵਾਣਗੇ। ਸੋ ਇਹਦੇ ਵਿੱਚ ਤੁਸੀਂ ਉਹਨਾਂ ਨੂੰ ਟਰੋਲ ਕਰ ਲਓ। ਟਰੋਲ ਕੀ ਆ, ਲੋਕਾਂ ਨੇ ਇੱਕਦਮ ਜਦੋਂ ਕੋਈ ਇਹੋ ਜਿਹੀ ਹਰਕਤ ਹੁੰਦੀ ਨਾ, ਪਤਾ ਨਹੀਂ ਬਰਫੀ ਕਿਉਂ ਫੜ ਲਈ। ਹਰੀਸ਼ ਜੀ ਔਰ ਆਸ਼ੂ ਜੀ ਦਾ ਬੜਾ ਪੁਰਾਣਾ ਗਹਿਰਾ ਰਿਸ਼ਤਾ ਵਾ, ਆਪਸ 'ਚ ਇੱਕ ਦੂਜੇ ਨੂੰ ਬੜਾ ਸਮਝਦੇ ਆ, ਔਰ ਉਹ ਇੱਕ ਦੂਜੇ ਨਾਲ ਇਹ ਚੀਜ਼ ਕਰ ਵੀ ਸਕਦੇ ਆ। ਕਹਿੰਦੇ ਗੁੱਟ ਫੜ ਲਿਆ ਆਸ਼ੂ ਜੀ ਦਾ, ਤੇ ਗੁੱਟ ਫੜ ਸਕਦੇ। ਹੁਣ ਮੰਨ ਲਓ ਜਿਹੜਾ ਕੋਈ ਭਰਾ ਹੋਵੇ ਜਾਂ ਇੰਚਾਰਜ ਹੋਵੇ, ਮੈਂ ਤੁਹਾਡਾ ਗੁੱਟ ਫੜ ਲਿਆ, ਇਹਦਾ ਇਹ ਮਤਲਬ ਥੋੜਾ ਵੀ ਮੈਂ ਤੁਹਾਡਾ ਉਲਟ ਹੋ ਗਿਆ ਜਾਂ ਨਹੀਂ ਹੋ ਗਿਆ, ਮੈਂ ਹੱਕ ਨਾਲ ਫੜਿਆ ਤੁਹਾਡਾ ਗੁੱਟ।
ਵੀ ਨਹੀਂ ਠੀਕ ਆ ਬਾਈ ਕੋਈ ਗੱਲ ਨਹੀਂ ਤੇਰਾ ਗੁੱਟ ਫੜ ਸਕਦਾ, ਤੇ ਉਹੀ ਉਹਨਾਂ ਨੇ ਉਹ ਐਜ਼ ਇੰਚਾਰਜ ਉਹਨਾਂ ਨੇ ਗੁੱਟ ਫੜਿਆ, ਉਹਦੇ ਵਿੱਚ ਗੱਲਾਂ ਜ਼ਰੂਰ ਬਣ ਜਾਂਦੀਆਂ ਵਾ, ਇਹਦੇ ਪਲੇਟ ਚੱਕ ਕੇ ਲੈ ਗਏ ਤੇ ਫਿਰ ਕੀ ਹੋ ਗਿਆ? ਫਿਰ ਉਹਦੇ ਅੰਦਰ ਇੱਕ ਭਰਾ, ਵੱਡਾ ਭਰਾ ਇੱਕ ਛੋਟੇ ਭਰਾ ਨੂੰ, ਇੱਕ ਇੰਚਾਰਜ ਇੱਕ ਆਪਣੇ ਪ੍ਰਧਾਨ ਤੋਂ ਇਹ ਫੜ ਸਕਦਾ ਵਾ। ਇਹਦੇ ਅੰਦਰ ਤੁਸੀਂ ਟਰੋਲ ਕਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਨਹੀਂ, ਲੋਕ ਕਰ ਰਹੇ ਨੇ, ਮੀਡੀਆ ਨਹੀਂ ਕਰ ਰਿਹਾ, ਮੀਡੀਆ ਸਿਰਫ ਖਬਰ ਚਲਾ ਰਿਹਾ, ਲੋਕ ਟਰੋਲ ਕਰ ਰਹੇ। ਲੋਕਾਂ ਨੇ ਤਾਂ ਕਰ ਸਕਦੇ, ਲੋਕਾਂ ਦਾ ਹੱਕ ਆ, ਲੋਕੀ ਜਿੰਨਾ ਮਰਜ਼ੀ ਟਰੋਲ ਕਰ ਲੈਣ, ਲੋਕਾਂ ਦੀ ਕੋਈ ਮੇਰੇ ਹਿਸਾਬ ਨਾਲ ਤੁਸੀਂ ਕਿਸੇ ਦੀ ਬਾਂਹ ਨਹੀਂ ਫੜ ਸਕਦੇ, ਤੁਸੀਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ, ਆਪਸ ਤੱਕ ਦੂਜੇ ਦਾ ਕਰ ਸਕਦੇ ਆ, ਲੇਕਿਨ ਲੋਕਾਂ ਦਾ ਕੰਮ ਆ, IT ਸੈੱਲ ਲੱਗੇ ਹੁੰਦੇ ਆ, ਸੋ ਟਰੋਲ ਹੋਣਾ, ਟਰੋਲ ਕਹਿੰਦਾ ਨਹੀਂ, ਕਹਿੰਦੇ ਵਿਰੋਧੀਆਂ ਦੀ ਸਾਜ਼ਿਸ਼ ਆ। ਨਹੀਂ, ਵਿਰੋਧੀ ਕਰ ਲੈਣ, ਉਹਦੇ ਅੰਦਰ ਜੋ ਦੇਖੋ ਪਰਸੈਪਸ਼ਨ ਆ, ਇੱਕ ਪਰਸਪੈਕਟਿਵ ਆ। ਤੁਸੀਂ ਅਗਰ ਇੱਕ ਕੋਈ ਚੀਜ਼ ਕੀਤੀ ਆ, ਉਹਦੇ ਮਾਇਨੇ ਕਈ ਨਿਕਲਦੇ ਆ, ਉਹ ਲੋਕਾਂ ਨੇ ਆਪਣੀ ਲੈਂਗੁਏਜ ਦੇ ਵਿੱਚ ਇੰਟਰਪ੍ਰੀਟ ਕਰਨੇ ਆ, ਉਹਨੂੰ ਕਿਸੇ ਵੀ ਤਰੀਕੇ ਨਾਲ ਦੇਖ ਸਕਦੇ ਆ ਜਾਂ ਇੰਟਰਪ੍ਰੀਟ ਕਰ ਸਕਦੇ ਆ, ਸੋ ਉਹਨਾਂ ਦਾ ਹੱਕ ਆ ਇਹਦੇ ਅੰਦਰ ਕੀ ਹੈ। ਲੇਕਿਨ ਅਸਲੀਅਤ ਇਹ ਗੱਲ ਸੀ ਵੀ ਅੱਜ ਆਸ਼ੂ ਜੀ ਨੇ ਵੀ ਬਰਫੀ ਖਾਣੀ ਸੀ, ਔਰ ਉਹਨਾਂ ਨੇ ਸਿਰਫ ਪ੍ਰਤਾਪ ਬਾਜਵਾ ਜੀ ਉੱਥੇ ਖੜੇ ਸੀ। ਹਰੀਸ਼ ਜੀ ਨੇ ਇੱਕ ਚੰਗਾ ਮੈਸੇਜ ਦੇਣ ਨੂੰ, ਪ੍ਰਤਾਪ ਬਾਜਵਾ ਜੀ ਸੀਨੀਅਰ ਆਊਟਗੋਇੰਗ PCC ਪ੍ਰੈਜ਼ੀਡੈਂਟ ਪੁਰਾਣੇ ਵੀ ਰਹੇ ਆ, ਔਰ ਅੱਜ ਮੌਜੂਦਾ CLP ਲੀਡਰ ਆ, ਸੋ ਇੱਕ ਚੰਗਾ ਮੈਸੇਜ ਦੇਣ ਨੂੰ ਉਹਨਾਂ ਨੇ ਇਹ ਕੀਤਾ, ਕਿਉਂਕਿ ਆਸ਼ੂ ਜੀ ਨੂੰ ਤਾਂ ਅਗਲੀ ਬਰਫੀ ਤਾਂ ਆਸ਼ੂ ਜੀ ਨੇ ਖਾਣੀ ਸੀ। ਹਰੀਸ਼ ਜੀ ਨੂੰ ਆਪਣਾ ਕਹਿੰਦੇ ਆਸ਼ੂ ਜੀ ਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੱਕ ਹੱਕ ਦੇ ਨਾਲ ਉਹਨਾਂ ਨੇ ਉਹਨਾਂ ਦਾ ਬਾਂਹ ਫੜਿਆ, ਨਾ ਕਿ ਕੋਈ ਰੋਕਣ ਟੋਕਣ ਵਾਸਤੇ। ਪਰ ਮੈਸੇਜ ਹੋਰ ਗਿਆ, ਜਾਈ ਜਾਣ ਦੋ, ਮੈਸੇਜ ਆ, ਮੈਸੇਜ ਦੀ ਰਾਜਨੀਤੀ ਹੁਣ ਕੀ ਕਰ ਸਕਦੇ ਆ ਕਿਸੇ ਨੂੰ। ਪਰ ਮੈਂ ਤੁਹਾਨੂੰ ਜੋ ਦੱਸ ਰਿਹਾ ਹੁਣ, ਮੈਸੇਜ ਇਸ ਚੀਜ਼ ਨਾਲ ਵੀ ਜਾ ਸਕਦਾ ਹੁਣ ਕੋਈ। ਅੱਛਾ, ਕਿਉਂ ਫੜੀ ਹੋਊਗੀ ਤੁਹਾਡੇ ਹਿਸਾਬ ਨਾਲ ਬਾਂਹ, ਤੁਸੀਂ ਦੱਸ ਦਿਓ। ਤੁਸੀਂ ਦੱਸੋ ਨਾ, ਤੁਸੀਂ ਉਸ ਤੋਂ ਬਾਅਦ ਹਰੀਸ਼ ਚੌਧਰੀ ਜੀ ਨੂੰ ਵੀ ਮਿਲੇ ਹੋ, ਉਸ ਤੋਂ ਬਾਅਦ ਤੁਸੀਂ ਆਸ਼ੂ ਜੀ ਨੂੰ ਵੀ ਮਿਲੇ ਹੋ, ਤੁਸੀਂ ਉਹਨਾਂ ਨੂੰ ਪੁੱਛੋ, ਸਾਨੂੰ ਕੀ ਪਤਾ, ਤੁਹਾਨੂੰ ਪੁੱਛਣ ਆਇਆ। ਮੈਂ ਤਾਂ ਦੱਸਤਾ ਤੁਹਾਨੂੰ, ਤੁਹਾਡੀ ਨਜ਼ਰ ਦੇ ਵਿੱਚ ਕਿਉਂ ਫੜੀ ਹੋਊਗੀ। ਅਸੀਂ ਅੰਦਾਜ਼ੇ ਲਾਉਂਦੇ ਨਹੀਂ, ਤੁਸੀਂ ਫੈਕਟ ਤੇ ਜਾਂਦੇ ਆ, ਫੈਕਟ ਦੱਸੋ ਸਾਨੂੰ। ਚਲੋ, ਜਿਹੜੇ ਲੋਕ ਅੰਦਾਜ਼ਾ ਲਾ ਰਹੇ ਉਹੀ ਦੱਸ ਦਿਓ, ਮੈਂ ਉਹਦੇ ਤੇ ਦੱਸ ਦੂੰਗਾ ਵੀ ਕੀ ਉਹਦੀ ਸਮਝ ਆ। ਇੰਟਰਵਿਊ ਤੋਂ ਬਾਅਦ ਜਦੋਂ ਚੱਲੂਗੀ, ਲੋਕ ਦੱਸ ਦੇਣਗੇ ਥੱਲੇ ਕਮੈਂਟਾਂ 'ਚ। ਨਹੀਂ, ਲੋਕਾਂ ਦੇ ਕਮੈਂਟਾਂ ਦੀ ਕੋਈ ਸੀਮਾ ਨਹੀਂ ਆ ਜੀ। ਲੋਕਾਂ ਦਾ ਉਹ ਕਿੰਨੇ ਪਰਸਪੈਕਟਿਵਸ ਆ, ਠੀਕ ਹੈ ਨਾ, ਕਿੰਨੇ ਲੋਕਾਂ ਦੇ ਨਜ਼ਰੀਏ ਆ, ਠੀਕ ਹੈ। ਕਿਸੇ ਨੇ, ਤੁਸੀਂ ਉਹੀ ਵੇਖਿਆ ਨਾ ਵੀ ਹਾਫ ਟਰੁੱਥ ਜਿਹੜਾ ਵਾ ਉਹ ਬੜਾ ਖਤਰਨਾਕ ਹੁੰਦਾ। ਸੋ ਤੁਸੀਂ ਜਿਹੜਾ, ਮੈਂ ਤੁਹਾਡੇ ਤੋਂ ਐਜ਼ ਅ ਜੈਨੂਇਨਲੀ ਪੁੱਛਦਾ ਵੀ ਤੁਹਾਨੂੰ ਇੱਕਦਮ ਵੇਖ ਕੇ ਕੀ ਲੱਗਾ ਵੀ ਕਿਸੇ ਨੇ ਕਿਸੇ ਦਾ ਗੁੱਟ ਕਿਉਂ ਫੜਿਆ, ਵੀ ਬਰਫੀ ਕਰਕੇ ਥੋੜਾ ਫੜਿਆ। ਤੁਸੀਂ ਵੇਖੋ ਤਾਂ ਸਹੀ ਨਾ, ਤੁਸੀਂ ਆਪ ਦੱਸ ਦਿਓ। ਦੇਖਣ ਨੂੰ ਤਾਂ ਬੜਾ ਕੁਝ ਲੱਗਦਾ, ਦੇਖਣ ਨੂੰ ਇਹ ਵੀ ਲੱਗਦਾ ਪਿੱਛੇ ਬਾਜਵਾ ਕੇ ਪਹਿਲਾਂ ਬਾਜਵਾ ਖਵਾਉਣਗੇ ਭਾਈ, ਤੁਸੀਂ ਕਿਉਂ? ਤੇ ਫਿਰ ਅਗਰ ਬਾਜਵਾ ਖਵਾਣਗੇ, ਬਾਜਵਾ ਸਾਹਿਬ ਸੀਨੀਅਰ ਆ, ਇਹਦੇ ਅੰਦਰ ਇੰਚਾਰਜ ਦਾ ਇੱਕ ਫਰਜ਼ ਹੁੰਦਾ ਵੀ ਇੱਕ ਪ੍ਰੋਟੋਕੋਲਸ ਫੋਲੋ ਹੋ ਜਾਣ। ਚਲੋ, ਮਤਲਬ ਜੋ ਪ੍ਰਚਾਰਿਆ ਜਾ ਰਿਹਾ, ਜੋ ਦਿਸ ਰਿਹਾ, ਅਸਲ 'ਚ ਤੁਸੀਂ ਕਹਿੰਦੇ ਹੋ ਵੀ ਉਹ ਮੁੱਦਾ ਨਹੀਂ ਹੈ। ਮੁੱਦਾ ਹੈ ਨਹੀਂ, ਉਹ ਤਾਂ ਆਪਸੀ, ਮੈਂ ਤੁਹਾਨੂੰ ਕਹਿ ਰਿਹਾ ਵੀ ਉਹਨਾਂ ਨੇ ਤਾਂ, ਆਸ਼ੂ ਜੀ ਨੇ ਤਾਂ ਅੱਜ ਆਪ ਬਰਫੀ ਮਤਲਬ ਖਾਣੀ ਸੀ, ਔਰ ਪ੍ਰਤਾਪ ਬਾਜਵਾ ਜੀ ਨੇ ਅੱਜ ਖਵਾਉਣ ਦਾ ਦਿਨ ਸੀ। ਜਿਸ ਦਿਨ ਪ੍ਰਤਾਪ ਬਾਜਵਾ ਜੀ ਦਾ CLP ਦਾ ਪ੍ਰੋਗਰਾਮ ਹੋਊਗਾ, ਉਸ ਦਿਨ ਪ੍ਰਤਾਪ ਬਾਜਵਾ ਜੀ ਦਾ ਖਾਣ ਦਾ ਦਿਨ ਹੋਊਗਾ, ਔਰ ਬਾਕੀ ਲੀਡਰਾਂ ਦੇ ਖਵਾਉਣ ਦਾ ਦਿਨ ਹੋਊਗਾ। ਪਰ ਨਾਲ ਹੀ ਨਾਲ ਗੱਲਾਂ ਇਹ ਚੱਲ ਪਈਆਂ ਸੀ, ਇੱਕ ਪਾਸੇ ਸਿੱਧੂ, ਦੂਜੇ ਪਾਸੇ ਜਾਖੜ, ਤੇ ਤੀਜੇ ਪਾਸੇ ਆਸ਼ੂ ਨਾਲ ਵੀ ਅੱਜ ਇਹ ਹੋ ਗਿਆ ਕਿਤੇ, ਮਤਲਬ ਇਹ ਹੋ ਗਿਆ ਇੱਕ ਤੋਂ ਸੌ ਜਿਹੜੇ ਕਾਂਗਰਸ ਦੇ ਜਿਵੇਂ ਵੱਖ-ਵੱਖ ਲੈਵਲਸ ਤੇ ਜਿਹੜੇ ਚੱਲ ਰਹੇ ਨੇ, ਜਿਹੜੀ ਉਥਲ ਪੁਥਲ ਚੱਲ ਰਹੀ ਆ, ਉਹ ਬਹੁਤ ਜਲਦੀ ਇਕੱਠੀਆਂ ਹੋਣ ਦੀ ਸੰਭਾਵਨਾ ਹੈਗੀ ਆ। ਹੋਣੀ ਚਾਹੀਦੀ ਭਾਜੀ, ਜਿੰਨੀ ਜਲਦੀ ਇਕੱਠਾ ਹੁੰਦਾ ਵਾ ਉਨਾ ਵਧੀਆ ਗੱਲ ਆ, ਔਰ ਜਿੰਨਾ ਉਹਦੇ ਨਾਲ ਪਾਰਟੀ ਨੂੰ ਫਾਇਦਾ ਹੋਊਗਾ। ਸੋ ਇਹ ਗੱਲਾਂ ਅੱਗੇ ਵੀ ਕਿਤੇ ਨਾ ਕਿਤੇ ਵਿਗੜਦੀਆਂ ਰਹਿਣਗੀਆਂ ਜੀ, ਫਿਰ ਬਣਦੀਆਂ ਰਹਿਣਗੀਆਂ। ਪਾਰਟੀ ਜਿੱਥੇ ਆਰਗੇਨਾਈਜੇਸ਼ਨਸ ਆ, ਅੱਜ ਭਗਵੰਤ ਮਾਨ ਤੇ ਕੇਜਰੀਵਾਲ ਦੀ ਖੜਕਦੀ ਪਈ ਆ। ਪਹਿਲਾਂ ਤੁਸੀਂ ਵੀ ਸੁਣਿਆ ਸੀ ਵੀ ਨਹੀਂ, ਉਹਨਾਂ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ। ਅੱਜ ਅਗਰ ਚੀਫ ਸੈਕਟਰੀ ਨੂੰ ਉੱਥੇ ਬੁਲਾ ਲਿੱਤਾ ਜਾਵੇ ਤੇ ਆਪਸੀ ਕਿਤੇ ਨਾ ਕਿਤੇ ਅੱਜ ਕਲੈਸ਼ ਤਾਂ ਸ਼ੁਰੂ ਹੋ ਹੀ ਜਾਂਦਾ ਨਾ। ਅੱਜ ਕਈ ਇਹਨਾਂ ਦੇ MLA MPਆਂ ਦੀ, ਅਮਨ ਅਰੋੜਾ ਜੀ ਦੀ ਖੜਕ ਗਈ, ਆਪਣਾ ਬਲਜਿੰਦਰ ਕੌਰ ਜੀ ਦੀ ਖੜਕ ਗਈ। ਸੋ ਇਹ ਚੀਜ਼ਾਂ ਤਾਂ ਪੋਲੀਟੀਕਲ ਪਾਰਟੀਆਂ ਦਾ ਹਿੱਸਾ ਵਾ। ਸੋ ਇਸ ਚੀਜ਼ ਨੂੰ ਤੁਸੀਂ ਨਕਾਰ ਨਹੀਂ ਸਕਦੇ, ਨਾ ਤੁਸੀਂ ਇਸ ਚੀਜ਼ ਨੂੰ ਕਦੀ ਡਿਨਾਈ ਕਰ ਸਕਦੇ ਜੀ। ਅੱਗੇ ਵੀ ਕਿਸੇ ਦੀ ਕਿਸੇ ਨਾਲ ਖੜਕ ਸਕਦੀ ਆ, ਲੇਕਿਨ ਹਾਂ ਅੱਜ ਸਾਡੇ ਕੋਲ, ਅਸੀਂ ਇਸ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦੇ ਵੀ ਸਾਡੀ ਆਪਸ 'ਚ ਪਾਰਟੀ ਪਾਟੋ ਤੀਰ ਰਹੇ ਜੀ। ਅੱਛਾ, ਸਰਕਾਰ, ਚਲੋ ਸਮਾਂ ਬਹੁਤ ਥੋੜਾ ਹੋਇਆ ਸਰਕਾਰ ਬਣੀ ਨੂੰ, ਕਾਰਗੁਜ਼ਾਰੀ ਦੀ ਗੱਲ ਨਹੀਂ ਕਰੀਏ, ਪਰ ਆਮ ਆਦਮੀ ਪਾਰਟੀ ਵੱਲੋਂ ਕੁਝ ਫੈਸਲੇ ਲਏ ਗਏ ਜਾਂ ਕੁਝ ਮਤਲਬ ਇਹੋ ਜਿਹੀਆਂ ਗੱਲਾਂ ਸਾਹਮਣੇ ਆਈਆਂ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹਾਲੇ ਸਮਾਂ ਦੇਣਾ ਚਾਹੀਦਾ ਉਹਨਾਂ ਨੂੰ। ਨਹੀਂ, ਮੈਂ ਕਾਰਗੁਜ਼ਾਰੀ ਦੀ ਗੱਲ ਹੀ ਨਹੀਂ ਕਰਦਾ, ਮੈਂ ਚਾਹੇ ਉਹ ਦੇਖੋ ਗਲਤੀਆਂ ਤਾਂ ਬਹੁਤ ਕੀਤੀਆਂ ਵਾ, ਜਿਵੇਂ ਕਿ ਰਾਜ ਸਭਾ ਮੈਂਬਰਸ ਵਾਲੀ ਬਹੁਤ ਵੱਡੀ ਗਲਤੀ, ਹਲਕਾ ਲਾਂਬਾ ਦੇ ਉੱਤੇ ਪਰਚਾ ਦਰਜ ਕਰਨਾ ਬਹੁਤ ਜ਼ਿਆਦਾ ਗਲਤ ਗੱਲ। ਦੇਖੋ, ਆਪਣੇ ਪੰਜਾਬੀ ਕਲਚਰ ਦੇ ਵਿੱਚ ਧੀਆਂ ਭੈਣਾਂ ਨੂੰ, ਮਾਵਾਂ ਨੂੰ, ਬਜ਼ੁਰਗ ਔਰਤਾਂ ਨੂੰ, ਲੇਡੀਜ਼ ਨੂੰ ਕਦੀ ਥਾਣੇ ਕਚਹਿਰੀਆਂ ਦੇ ਵਿੱਚ ਆਪਾਂ ਨਹੀਂ ਘਸੀਟੀ ਦਾ।
ਉਹਨਾਂ ਤੇ ਪਰਚਾ ਦਰਜ ਕਰਨਾ, ਜ਼ਬਰਦਸਤੀ ਉਹਨਾਂ ਦੇ ਉੱਤੇ ਥਾਣੇ ਬੁਲਾਉਣਾ, ਇੱਕ ਤਰ੍ਹਾਂ ਤੋਂ ਜ਼ਬਰਦਸਤੀ ਆ ਨਾ। ਔਰ ਕਿਸ ਕਰਕੇ ਵੀ ਉਹ ਬੋਲਦੇ ਸੀ, ਭਗਵੰਤ ਮਾਨ ਜੀ ਹੋਣੀ ਅੰਬੇਦਕਰ ਦੀਆਂ ਆਪਣਾ ਕੀ ਕਹਿੰਦੇ ਭਗਤ ਸਿੰਘ ਜੀ ਦੀਆਂ ਫੋਟੋਆਂ ਲਾਉਂਦੇ ਆ ਪਿੱਛੇ, ਕੀ ਉਸ ਵਿਚਾਰਧਾਰਾ ਤਹਿਤ ਇਹਨਾਂ ਨੇ ਪਰਚੇ ਦਰਜ ਕੀਤੇ ਆ? ਔਰ ਇਸ ਬਦਲਾਵ ਦੀ ਜਗ੍ਹਾ ਬਦਲਾ ਲੈਣ ਦੀ ਕੋਸ਼ਿਸ਼ ਕਰ ਰਹੇ ਆ। ਵੋਟਾਂ ਬਦਲਾਵ ਨੂੰ ਪਈਆਂ ਸੀ, ਬਦਲਿਆਂ ਨੂੰ ਨਹੀਂ ਪਈਆਂ ਸੀ। ਸੋ ਇਹ ਜਿਹੜੀ ਇਹਨਾਂ ਦੀ ਇੱਕ ਜਿਹੜੀ ਸੋਚ ਆ, ਜਿਹੜੀ ਇੱਕ ਇਹਨਾਂ ਦੀ ਇਹ ਸੋਚ ਆ ਵੀ ਐ ਡਰਾਇਆ ਜਾਊਗਾ ਜਾਂ ਐ ਧਮਕਾਇਆ ਜਾਊਗਾ, ਔਰ ਉਸ ਤੋਂ ਉੱਪਰੋਂ ਇੱਕ ਲੇਡੀ ਨੂੰ, ਇੱਕ ਇਸਤਰੀ ਨੂੰ ਤੁਸੀਂ ਥਾਣੇ ਕਚਹਿਰੀਆਂ 'ਚ ਘਸੀਟਣ ਦੀ ਗੱਲ ਕਰੋ, ਸਬਕ ਸਿਖਾਉਣ ਦੀ ਗੱਲ ਕਰੋ। ਇਹ ਪੰਜਾਬ, ਪੰਜਾਬੀਅਤ, ਆਪਣੇ ਸੱਭਿਆਚਾਰ ਦੀ ਕਿਸੇ ਵੀ ਪੱਖੋਂ ਇਹ ਪ੍ਰਤੀਕ ਨਹੀਂ ਆ। ਇਹ ਉਹਦੇ ਉਲਟ ਗੱਲਾਂ ਵਾ। ਇਹ ਸਾਡੀ ਆਪਣੇ ਕਲਚਰ ਦੀ, ਆਪਣੇ ਸੱਭਿਆਚਾਰ ਦੀ ਗੱਲ ਨਹੀਂ ਹੈ। ਇਹਦੇ ਵਿੱਚ ਪੰਜਾਬੀਆਂ ਨੂੰ ਬਦਨਾਮ ਨਾ ਕਰੋ। ਸਾਡੇ ਪੰਜਾਬ ਦੇ ਵਿੱਚ ਧੀਆਂ ਭੈਣਾਂ ਨੂੰ ਕਦੀ ਥਾਣੇ ਕਚਹਿਰੀਆਂ 'ਚ ਨਹੀਂ ਘਸੀਟਿਆ ਜਾਂਦਾ। ਕੇਜਰੀਵਾਲ ਸਾਹਿਬ ਇਹ ਚੀਜ਼ਾਂ ਨਹੀਂ ਸਮਝ ਰਹੇ। ਇੱਕ ਪਰਚੇ ਦਰਜ ਕਰਨਾ ਗਲਤ ਗੱਲ ਆ, ਔਰ ਉਸ ਤੋਂ ਉੱਪਰ ਇੱਕ ਲੇਡੀ ਦੇ ਉੱਤੇ ਪਰਚਾ ਦਰਜ ਕਰਨਾ ਕਿਉਂਕਿ ਉਹ ਬੋਲਦੀ ਆ ਬੇਬਾਕੀ ਨਾਲ, ਉਹ ਗੱਲ ਕਰਦੇ ਆ, ਇਹ ਉਸ ਤੋਂ ਵੀ ਜ਼ਿਆਦਾ ਮਾੜੀ ਗੱਲ ਆ। ਇਹਦੇ ਨਾਲ ਸਾਡੇ ਸਾਰੇ ਪੰਜਾਬੀਆਂ ਦਾ ਜਿਹੜਾ ਸਿਰ ਆ ਕਿਤੇ ਨਾ ਕਿਤੇ ਝੁਕਦਾ ਵਾ। ਢਿੱਲੋਂ ਸਾਹਿਬ, ਜਿਹੜੇ ਸੀ ਬਦਲਾਅ ਤੋਂ ਬਦਲੇ ਦੀ ਗੱਲ ਕਰਦੇ ਹੋ, ਤੁਹਾਡੇ ਹਲਕੇ ਤੋਂ ਹੀ ਸ਼ੁਰੂ ਹੋਇਆ, ਕਿਉਂਕਿ ਤੁਹਾਡੇ ਹਲਕੇ ਦੇ ਵਿੱਚ ਹੀ FIR ਦਰਜ ਹੋਇਆ, ਤੁਹਾਡੇ ਹਲਕੇ ਦੀ ਹੀ, ਤੁਹਾਡੇ ਜ਼ਿਲ੍ਹੇ ਦੀ ਹੀ ਪੁਲਿਸ ਗਈ ਆ। ਮੈਂ ਤਾਂ ਆਪ ਤੇ ਦੂਜੀ ਵੱਡੀ ਗੱਲ ਇਹ, ਹਾਲੇ ਤੱਕ ਮਤਲਬ FIR ਦਰਜ ਕਰਵਾਉਣ ਵਾਲੇ ਦਾ, ਮਾਮਲਾ ਦਰਜ ਕਰਵਾਉਣ ਵਾਲੇ ਦਾ ਨਾਮ ਨਹੀਂ ਪੁਲਿਸ ਨੇ ਸਾਹਮਣੇ ਦਿੱਤਾ। FIR ਵਾਲੇ ਦਾ ਨਾਮ ਨਹੀਂ ਆਇਆ, ਜਿਨ੍ਹਾਂ ਨੇ ਪਰਚਾ ਦਰਜ ਕੀਤਾ ਉਹਨਾਂ ਦਾ ਨਾਮ ਨਹੀਂ ਆਇਆ। FIR ਤੱਕ ਸਾਹਮਣੇ ਪਬਲਿਕ ਡੋਮੇਨ 'ਚ ਨਹੀਂ ਆਈ। ਸੋ ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਵੀ ਇਹ ਸਾਡੇ ਆਪਣੇ ਆਪ ਦੀ ਪੰਜਾਬੀਅਤ ਤੇ ਲੋਕਾਂ ਨੂੰ ਸੋਚਣਾ ਚਾਹੀਦਾ, ਜਿਨ੍ਹਾਂ ਨੇ ਵੋਟਾਂ ਪਾਈਆਂ ਇਹਨਾਂ ਨੂੰ, ਵੀ ਕੀ ਅਸੀਂ ਵੋਟਾਂ ਇਸ ਕਰਕੇ ਕਰਾਈਆਂ ਸੀ ਵੀ ਅਰਵਿੰਦ ਕੇਜਰੀਵਾਲ ਪਰਚੇ ਦਰਜ ਕਰਾ ਸਕੇ, ਔਰ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਆਵਾਜ਼ ਚੱਕੀ ਹੋਵੇ ਉਹਨਾਂ ਨੂੰ ਸਬਕ ਸਿਖਾ ਸਕੇ। ਤਾਂ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਸੋਚਣਾ ਪਊਗਾ ਵੀ ਅਸੀਂ ਵੋਟ ਇਸ ਮਕਸਦ ਨੂੰ ਪਾਈ ਸੀ ਜਾਂ ਅਸੀਂ ਆਪਣੇ ਪ੍ਰੋਟੈਕਸ਼ਨ ਨੂੰ ਪਾਈ ਸੀ, ਆਪਣੇ ਰਾਈਟਸ ਦੀ ਵਾਸਤੇ ਪਾਈ ਸੀ, ਜਾਂ ਆਪਣੇ ਹੱਕਾਂ ਲਈ ਗੱਲ ਪਾਈ ਸੀ। ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਸੀ ਵੀ ਅਸੀਂ ਇਹ ਬੰਦੇ ਜਿਹੜੇ ਆਏ ਨਹੀਂ ਸਹੀ। ਹੁਣ ਉਹਨਾਂ ਦਾ ਟਾਈਮ ਆ ਸਾਨੂੰ ਗਲਤ ਪ੍ਰੂਵ ਕਰ ਦੇਣ, ਔਰ ਜੋ ਲੋਕਾਂ ਦਾ ਵਿਸ਼ਵਾਸ ਆ ਉਹਨੂੰ ਸਹੀ ਪ੍ਰੂਵ ਕਰ ਦੇਣ। ਲੇਕਿਨ ਅਫਸੋਸ ਦੀ ਗੱਲ, ਉਹ ਪੁੱਠਾ ਚੱਲ ਪਿਆ। ਉਹੀ ਚੀਜ਼ਾਂ ਕਰ ਰਹੇ ਆ ਜੋ ਅਕਾਲੀ ਦਲ ਨੇ ਪਰਚੇ ਦਰਜ ਕੀਤੇ ਆ ਕੇ, ਉਹੀ ਕੰਮ ਕਰ ਰਹੇ ਆ ਜੋ BJP ED ਰਾਹੀਂ ਕਰਦੀ ਆ। ਆਪਣੇ ਪੋਲੀਟੀਕਲ ਸਕੋਰਸ ਉਹ ਐਵੇਂ ਸੈਟਲ ਕਰ ਰਹੇ ਆ, ਜੋ ਕਿ ਬੜੀ ਮੰਦਭਾਗੀ ਗੱਲ। ਕਾਂਗਰਸ ਇਹ ਨਹੀਂ ਕਰਦੀ ਪਰਚੇ ਦਰਜ? ਕਾਂਗਰਸ ਵੀ ਕਰਦੀ, ਨਜਾਇਜ਼ ਕਰਦੀ ਹੈ। ਕਾਂਗਰਸ ਨੇ ਵੀ ਕੀਤੇ ਹੋਣਗੇ ਕਿਤੇ ਨਾ ਕਿਤੇ, ਤਾਂ ਹੀ ਸ਼ਾਇਦ ਕਾਂਗਰਸ ਨੂੰ ਇਹ ਨਤੀਜੇ ਭੁਗਤਣੇ ਪਏ। ਲੇਕਿਨ ਕਾਂਗਰਸ ਦੇ ਵਿੱਚ ਫਿਰ ਵੀ ਮੈਂ ਤੁਹਾਨੂੰ ਇਹ ਕਹੂੰਗਾ, ਕਿਉਂਕਿ ਸਾਡੀ ਜਿਹੜੀ ਪਾਰਟੀ ਦੀ ਸੋਚ, ਆਈਡੀਓਲੋਜੀ ਆ, ਉਹ ਇਸ ਚੀਜ਼ ਨੂੰ ਕਿਤੇ ਵੀ ਸਹੀ ਨਹੀਂ ਠਹਿਰਾਉਂਦੀ। ਕੋਈ ਬੰਦਾ ਇੰਡੀਵਿਜੂਅਲੀ ਕਰਦੇ, ਸਾਡੀ ਪਾਰਟੀ ਦੇ ਵਿੱਚ ਇਸ ਸੋਚ ਨਾਲ ਇਤਫਾਕ ਨਹੀਂ ਰੱਖਦੇ ਵੀ ਤੁਸੀਂ ਨਫ਼ਰਤ ਦੀ ਰਾਜਨੀਤੀ ਕਰੋ, ਤੁਸੀਂ ਲੋਕਾਂ ਨੂੰ ਡਰਾਓ ਧਮਕਾਓ। ਸਾਡੀ ਸੋਚ, ਲੇਕਿਨ ਸਾਡੇ ਵੀ ਕਈ ਲੀਡਰ ਆ ਨਹੀਂ ਮੰਨਦੇ ਇਸ ਸੋਚ ਨੂੰ। ਅਲਟੀਮੇਟਲੀ ਪਾਰਟੀ ਦੀ ਜਦੋਂ ਸੋਚ ਨੂੰ ਨਹੀਂ ਮੰਨਦੇ ਤੇ ਫਿਰ ਉਹਦੇ ਨੁਕਸਾਨ ਔਰ ਉਹਦੇ ਖਮਿਆਜੇ ਭੁਗਤਣੇ ਪੈਂਦੇ ਆ। ਪਰਸਨੈਲਿਟੀ ਓਰੀਐਂਟਡ ਪੋਲਿਟਿਕਸ ਹੋ ਜਾਂਦੀ ਆ ਜਦੋਂ, ਔਰ ਪਾਰਟੀ ਆਈਡੀਓਲੋਜੀ ਨੂੰ ਪਾਸੇ ਰੱਖ ਦਿੱਤਾ ਜਾਂਦਾ ਵਾ, ਫਿਰ ਜਿਹੜੇ ਸੰਗਠਨ ਆ ਉਹਨਾਂ ਦਾ ਨੁਕਸਾਨ ਹੋਣਾ ਸ਼ੁਰੂ ਹੁੰਦਾ। ਸਾਡੀ ਪਾਰਟੀ ਦੀ ਇਹ ਕਮੀ ਰਹੀ ਆ। BJP ਦੇ ਵਿੱਚ ਅਗਰ ਤੁਸੀਂ ਵੇਖੋ, ਉਹਨਾਂ ਦਾ ਰਾਈਜ਼, ਸ਼ਾਇਦ ਲੋਕੀ ਕਹਿੰਦੇ ਇਲੈਕਸ਼ਨ ਮਸ਼ੀਨ ਆ, ਲੇਕਿਨ ਨਾਲ ਨਾਲ ਉਹ ਆਪਣੀ ਜੋ ਵੀ ਉਹਨਾਂ ਦੀ ਆਈਡੀਓਲੋਜੀ ਆ, ਸਹੀ ਗਲਤ ਬਾਅਦ ਦੀ ਗੱਲ ਆ, ਲੇਕਿਨ ਉਹ ਆਪਣੀ ਆਈਡੀਓਲੋਜੀ ਨੂੰ ਸਟਿਕ ਕੀਤੇ। ਸਾਡੀ ਪਾਰਟੀ ਦੀ ਜੋ ਆਈਡੀਓਲੋਜੀ ਸੀ, ਅਸੀਂ ਉਸ ਆਈਡੀਓਲੋਜੀ ਤੋਂ ਥੋੜਾ ਕਿਤੇ ਨਾ ਕਿਤੇ ਪਾਸੇ ਥਿੜਕੇ, ਬਿਲਕੁਲ ਥਿੜਕੇ ਆ ਜੀ, ਕੋਈ ਦੋ ਰਾਏ ਨਹੀਂ ਆ। ਤੁਸੀਂ ਵੇਖੋ, ਸੋਸ਼ਲਿਸਟ ਤੌਰ ਦੇ ਉੱਤੇ ਨਹਿਰੂ ਨੂੰ ਜਾਣਿਆ ਜਾਂਦਾ ਸੀ, ਨਹਿਰੂਵੀਅਨ ਆਈਡੀਆਜ਼ ਸੀਗੇ ਉਹਨਾਂ ਦੇ, ਇੱਕ ਨਹਿਰੂਵੀਅਨ ਥਾਟ ਪ੍ਰੋਸੈਸ ਸੀਗੀ। ਉਸ ਤੋਂ ਬਾਅਦ ਜਿਵੇਂ ਜਿਵੇਂ ਪਾਰਟੀ ਅੱਗੇ ਵੱਧਦੀ ਗਈ, ਇਲੈਕਸ਼ਨਸ ਜ਼ਰੂਰ ਅਸੀਂ ਜਿੱਤਦੇ ਗਏ, ਲੇਕਿਨ ਜਿਹੜੀ ਥਾਟ ਔਰ ਜਿਹੜੀ ਆਈਡੀਓਲੋਜੀ ਦੀ ਗੱਲ ਸੀ ਉਹ ਪਿੱਛੇ ਹਟਦੀ ਗਈ। ਔਰ ਅਲਟੀਮੇਟਲੀ ਅੱਜ ਇਸ ਕਗਾਰ ਤੇ ਆ ਕੇ ਖੜ ਗਏ ਆ ਵੀ ਅੱਜ ਅਸੀਂ ਹਰ ਸੂਬੇ ਦੇ ਵਿੱਚ ਨੇਤਾਵਾਂ ਤੇ ਡਿਪੈਂਡੈਂਟ ਹੋ ਗਏ ਆ ਵੀ ਉਹ ਇਹ ਨੇਤਾ ਤਕੜਾ ਵਾ, ਇਹਨੂੰ ਅੱਗੇ ਲਾ ਦਿਓ ਤਾਂ ਕਿ ਵੋਟਾਂ ਪੈ ਜਾਣ। ਹਰਿਆਣੇ ਦੇ ਵਿੱਚ ਜਿਵੇਂ ਹੁੱਡਾ ਸਾਹਿਬ ਹੋਣੀ ਤਕੜੇ ਆ, ਪੰਜਾਬ ਦੇ ਵਿੱਚ ਕੈਪਟਨ ਸਾਹਿਬ ਹੋਣੀ ਤਕੜੇ ਸੀ, ਹਿਮਾਚਲ 'ਚ ਵੀਰਭੱਦਰ ਸਾਹਿਬ ਹੋਣੀ ਤਕੜੇ ਸੀ। ਬੰਦੇ ਤਾਂ ਤਕੜੇ ਹੋ ਗਏ, ਲੇਕਿਨ ਪਾਰਟੀ ਕਿਤੇ ਨਾ ਕਿਤੇ ਕਮਜ਼ੋਰ ਹੁੰਦੀ ਗਈ। ਕਿਉਂਕਿ ਉਹ ਜਿਹੜੀ ਥਾਟ ਸੀ, ਜਿਹੜੀ ਆਈਡੀਓਲੋਜੀ ਸੀ, ਉਹ ਪਿੱਛੇ ਜਾਂਦੀ ਰਹੀ ਔਰ ਬੰਦੇ ਡੋਮੀਨੇਟ ਕਰਦੇ ਰਹੇ। ਜਿਵੇਂ ਰੀਜਨਲ ਪਾਰਟੀਜ਼ ਦੇ ਵਿੱਚ ਇੱਕ
ਜਿਵੇਂ ਬਾਦਲਾਂ ਤੱਕ ਸਿਮਟ ਕੇ ਰਹਿ ਗਈ ਅਕਾਲੀ ਦਲ। ਜੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਥਾਟ ਸੀ ਉਹ ਨਹੀਂ ਸਾਹਮਣੇ ਆ ਸਕਿਆ। ਜਿਹੜੀ ਫੈਡਰਲ ਸਟਰਕਚਰ ਦੇ ਸਭ ਤੋਂ ਵੱਡੇ ਨੁਮਾਇੰਦੇ ਸੀ, ਅਲਟੀਮੇਟਲੀ ਉਹਨਾਂ ਨੇ ਫੈਡਰਲ ਸਟਰਕਚਰ ਵੇਚ ਕੇ ਰੱਖਤਾ। ਔਰ ਉਸ ਸਮੇਂ ਜਦੋਂ ਇਹਨਾਂ ਨੇ ਜੰਮੂ ਕਸ਼ਮੀਰ 'ਚ ਵੋਟਾਂ ਪਾਈਆਂ, ਜਾਂ ਜਦੋਂ ਇਹਨਾਂ ਨੇ ਆਪਣੇ ਜਿਹੜੇ ਇਹਨਾਂ ਦੇ ਜਿਹੜੇ ਮਤੇ ਸੀਗੇ, ਜਿਨ੍ਹਾਂ ਦੇ ਜਿਹੜੇ ਰੈਜ਼ੋਲੂਸ਼ਨ ਸੀ, ਭਾਵੇਂ ਮੋਗੇ ਵਾਲੀ ਇਹਨਾਂ ਦੀ ਕਾਨਫਰੰਸ ਸੀ, ਭਾਵੇਂ ਇਹਨਾਂ ਦੇ ਆਨੰਦਪੁਰ ਰੈਜ਼ੋਲੂਸ਼ਨ ਦੇ ਉੱਤੇ ਗੱਲਾਂ ਸੀ, ਜਾਂ ਜਦੋਂ ਹੁਣ ਚੰਡੀਗੜ੍ਹ ਦੀ ਜਿਵੇਂ ਗੱਲ ਆਈ, ਇਹ ਸਭ ਇੱਕ ਥਾਟ ਆਈਡੀਓਲੋਜੀ ਸੀ। ਔਰ ਉਹਨੂੰ ਛੱਡ ਕੇ ਬਾਦਲ ਡੋਮੀਨੇਟ ਕਰਨ ਲੱਗ ਪਏ। ਉਵੇਂ ਹੀ ਕਾਂਗਰਸ ਦੇ ਵਿੱਚ ਵੀ ਅੱਜ ਰਾਹੁਲ ਗਾਂਧੀ ਜੀ ਦੇ ਉੱਤੇ ਸਵਾਲ ਤਾਂ ਬੜੇ ਖੜੇ ਕਰੇ ਜਾਂਦੇ ਆ ਵੀ ਗਾਂਧੀ ਪਰਿਵਾਰ ਤੱਕ ਕਾਂਗਰਸ ਸੀਮਤ ਰਹਿ ਗਈ, ਲੇਕਿਨ ਰਾਹੁਲ ਗਾਂਧੀ ਜੀ ਦੀ ਇੱਕ ਖਾਸੀਅਤ ਆ, ਉਹ ਥਾਟ ਦੀ ਆਈਡੀਓਲੋਜੀ ਦੀ ਗੱਲ ਸਭ ਤੋਂ ਅੱਗੇ ਰੱਖਦੇ ਆ। ਉਹਨਾਂ ਨੇ ਅੱਜ ਆਪਣਾ ਜਿਹੜਾ ਅਸਤੀਫਾ ਦਿੱਤਾ ਹੋਇਆ ਬੜੇ ਲੰਬਾ ਸਮਾਂ, ਉਹ ਵੱਖਰੀ ਗੱਲ ਆ, ਸੋਨੀਆ ਜੀ ਪ੍ਰਧਾਨ ਆ, ਲੇਕਿਨ ਰਾਹੁਲ ਗਾਂਧੀ ਜੀ ਨੌਜਵਾਨਾਂ ਨੂੰ ਅੱਗੇ ਕਿਵੇਂ ਲੈ ਕੇ ਜਾਣਾ, ਸਿਸਟਮ ਦੀ ਗੱਲ ਕਿਵੇਂ ਕਰਨਾ, ਨਫ਼ਰਤ ਦੀ ਰਾਜਨੀਤੀ ਤੋਂ ਪਾਸੇ ਕਿਵੇਂ ਹਟਣਾ, ਸੱਚ ਦੀ ਗੱਲ ਕਿਵੇਂ ਕਰਨਾ, ਔਰ ਅੱਜ ਉਸ ਥਾਟ ਨੂੰ ਉਹ ਜ਼ਰੂਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆ। ਸਾਡੇ ਤੇ ਵੀ ਸਵਾਲ ਖੜੇ ਹੁੰਦੇ ਆ, ਸਾਡੇ ਤੇ ਵੀ ਗੱਲਾਂ ਆਉਂਦੀਆਂ ਵਾ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਥਾਟ ਤੋਂ, ਅਸੀਂ ਆਈਡੀਓਲੋਜੀ ਤੋਂ ਪਿੱਛੇ ਹਟੇ, ਤਾਂ ਹੀ ਅਸੀਂ ਖਮਿਆਜੇ ਭੁਗਤਨੇ ਆ। ਚਾਹੀ ਅੱਜ ਸ਼ਾਇਦ ਕਾਂਗਰਸ ਪਾਰਟੀ 44 ਔਰ 52 ਸੀਟਾਂ ਤੇ ਸਿਮਟ ਕੇ ਰਹਿ ਗਈ। ਅੱਛਾ ਬਾਈ, ਫਿਰ ਜਿਹੜੀਆਂ ਗੱਲਾਂ ਤੁਸੀਂ ਹੁਣ ਨਹਿਰੂ ਦੀ ਪੋਲਿਟਿਕਸ ਦੀ ਕਰ ਰਹੇ ਹੋ, ਤੇ ਇਹ ਜਦੋਂ ਫਿਰ ਤੁਸੀਂ ਹੁਣ ਸਾਰਾ ਤੁਸੀਂ ਮਤਲਬ ਬੜੀ ਡਿਟੇਲ ਦੇ ਵਿੱਚ ਤੁਸੀਂ ਦੱਸਿਆ ਹੈ ਨਾ, ਕਿੱਥੋਂ ਕਿੱਥੋਂ ਕਿਉਂ ਪਾਰਟੀ ਗਈ, ਕੀ ਕਰਨਾ ਚਾਹੀਦਾ ਸੀ, ਕੀ ਨਹੀਂ ਕੀਤਾ, ਤਾਂ ਰਾਹੁਲ ਗਾਂਧੀ ਨਾਲ ਬੈਠਦੇ ਹੋ, ਫਿਰ ਇਹ ਗੱਲਾਂ ਕਰਦੇ ਹੋ ਨਹਿਰੂ ਪੋਲਿਟਿਕਸ ਦੁਬਾਰਾ ਕਾਂਗਰਸ ਚਾਹ ਸਕਦੀ ਹੈ? ਦੇਖੋ, ਰਾਹੁਲ ਗਾਂਧੀ ਜੀ ਦੇ ਬਾਰੇ ਜੋ ਗੱਲ ਹੁੰਦੀ ਆ ਨਾ, ਮੈਂ ਕੋਈ ਇਹ ਤਾਂ ਨਹੀਂ ਕਹਿੰਦਾ ਅਸੀਂ ਬਹੁਤ ਜ਼ਿਆਦਾ ਬੈਠਦੇ ਹਾਂ ਜਾਂ ਸਾਡੀ ਕਿਤੇ ਬਹੁਤ ਜ਼ਿਆਦਾ ਫਰੀਕੁਐਂਟ ਇੰਟਰੈਕਸ਼ਨਸ ਹੁੰਦੀਆਂ, ਲੇਕਿਨ ਜਦੋਂ ਵੀ ਉਹਨਾਂ ਤੋਂ ਗੱਲ ਹੋਈ ਆ, ਉਹਨਾਂ ਤੋਂ ਹਮੇਸ਼ਾ ਬਹੁਤ ਵੈਲ ਰੈਡ ਆ ਜੀ, ਬਹੁਤ ਉਹਨਾਂ ਨੇ ਕਿਤਾਬਾਂ ਪੜ੍ਹੀਆਂ ਵਾ, ਔਰ ਉਹਨਾਂ ਦੀ ਜਿਹੜੀ ਪੋਲਿਟਿਕਸ ਰਹੀ ਆ ਸ਼ੁਰੂ ਤੋਂ ਜੀ, ਉਹ ਕੋਈ ਪ੍ਰਿੰਸੀਪਲਡ ਪੋਲਿਟਿਕਸ ਰਹੀ ਆ। ਜਿੱਥੇ ਜਿੱਥੇ ਉਹਨਾਂ ਦਾ ਜਿੱਥੇ ਜਿੱਥੇ ਉਹ ਕੰਮ ਕਰ ਸਕੇ ਆ, ਜਿਵੇਂ ਨੌਨ ਵਾਇਲੈਂਸ ਦੇ ਉੱਤੇ, ਉਹ ਮਹਾਤਮਾ ਗਾਂਧੀ ਨੂੰ ਬਹੁਤ ਜ਼ਿਆਦਾ ਮੰਨਦੇ ਆ ਜੀ। ਜਵਾਹਰ ਲਾਲ ਨਹਿਰੂ ਤੋਂ ਜ਼ਿਆਦਾ ਵੀ ਉਹ ਮਹਾਤਮਾ ਗਾਂਧੀ ਨੂੰ ਪੜ੍ਹਦੇ ਆ। ਔਰ ਅੱਜ ਤੁਸੀਂ ਦੇਸ਼ ਦੇ ਵਿੱਚ ਜੋ ਹਾਲਾਤ ਆ, ਅੱਜ ਮਹਾਤਮਾ ਗਾਂਧੀ ਜੀ ਦੇ ਬਾਰੇ ਜਿਸ ਤਰੀਕੇ ਦਾ ਬੀਜੇਪੀ ਪ੍ਰਚਾਰ ਕਰਦੀ ਆ, ਇੱਕ ਮਹਾਤਮਾ ਗਾਂਧੀ ਥਾਟ ਪ੍ਰੋਸੈਸ ਹੈ, ਇੱਕ ਨਥੂਰਾਮ ਗੋਡਸੇ ਥਾਟ ਪ੍ਰੋਸੈਸ ਆ। ਇਹ ਦੋ ਥਾਟਸ ਆ। ਨਥੂਰਾਮ ਗੋਡਸੇ ਵੀ ਇੱਕ ਹਿੰਦੂ ਸੀਗਾ, ਇੱਕ ਮੇਰੇ ਹਿਸਾਬ ਨਾਲ ਆਰਐਸਐਸ ਦਾ ਬੰਦਾ ਸੀਗਾ। ਉਹਨਾਂ ਨੇ ਜਦੋਂ ਗੋਲੀ ਮਾਰਨ ਦੀ ਜਿਹੜੀ ਪ੍ਰਤੀਕਿਰਿਆ ਸੀ, ਉਹਨਾਂ ਨੇ ਇਸ ਚੀਜ਼ ਨਾਲ ਆਪਣੀ ਆਈਡੀਓਲੋਜੀ ਦਾ ਪ੍ਰਤੀਕ ਦਿੱਤਾ। ਔਰ ਮਹਾਤਮਾ ਗਾਂਧੀ ਨੇ ਜਾਂਦੇ ਜਾਂਦੇ ਹੇ ਰਾਮ ਦਾ ਉਹਨਾਂ ਦੇ ਜਿਹੜੇ ਸ਼ਬਦ ਆ, ਉਹਨਾਂ ਦੇ ਮੂੰਹ ਚੋਂ ਇਹ ਨਿਕਲੇ। ਇਹ ਦੋ ਲਾਈਨ ਆਫ ਥਾਟ ਆ ਜੋ ਅੱਜ ਦੇਸ਼ ਦੇ ਵਿੱਚ ਚੱਲ ਰਹੀਆਂ। ਇੱਕ ਪਾਸੇ ਨਫ਼ਰਤ, ਇੱਕ ਪਾਸੇ ਕੁਝ ਗੁੰਡੇ ਲੋਕ ਸੜਕਾਂ ਦੇ ਉੱਤੇ ਮੌਬ ਬਣ ਕੇ, ਪਿਛਲੇ ਦਿਨੀ ਦਿੱਲੀ 'ਚ ਤੁਸੀਂ ਵੇਖੋ, ਦਿੱਲੀ ਦੇ ਵਿੱਚ ਵੇਖ ਲਓ, ਆਪਣਾ ਕੀ ਕਹਿੰਦੇ ਦੰਗੇ ਵੇਖੋ ਕਿਸ ਤਰੀਕੇ ਨਾਲ ਆ ਰਹੇ। ਉਂ ਹੀ ਸਰਕਾਰਾਂ ਵੀ ਬੁਲਡੋਜ਼ਰ ਨੂੰ ਕਿਸ ਤਰੀਕੇ ਨਾਲ ਲੋਕਾਂ ਦੀਆਂ ਝੁੱਗੀਆਂ, ਲੋਕਾਂ ਦੀਆਂ, ਮੁਸਲਮਾਨਾਂ ਦੀਆਂ ਬਸਤੀਆਂ, ਗਰੀਬ ਜਿੱਥੇ ਨਹੀਂ ਕੁਝ ਚੱਲਦਾ, ਉੱਥੇ ਉਹ ਬੁਲਡੋਜ਼ਰ ਰਾਹੀਂ ਕਿਵੇਂ ਉਹਨਾਂ ਨੂੰ ਮਤਲਬ ਤੋੜਨ ਦੀ ਰਾਜਨੀਤੀ ਕਰ ਰਹੇ ਆ। ਔਰ ਕਾਂਗਰਸ ਪਾਰਟੀ ਜਿਹੜੀ ਦੂਜੀ ਆਪਾਂ ਥਾਟ ਦੀ ਗੱਲ ਕਰਦੇ ਆ, ਉਹ ਜੋੜਨ ਦੀ ਰਾਜਨੀਤੀ ਆ। ਤੁਸੀਂ ਜਦ ਤੱਕ ਜੋੜਨ ਵਾਲੇ ਪਾਸੇ ਨੂੰ ਨਹੀਂ ਜਾਓਗੇ ਲੋਕਾਂ ਨੂੰ, ਔਰ ਪਾੜਨ ਵਾਲੇ ਪਾਸੇ ਨੂੰ ਜਾਓਗੇ, ਇਹ ਥਾਟ ਦੇ ਵਿੱਚ ਫਰਕ ਆ ਲੰਬਾ ਚੌੜਾ। ਕੋਈ ਜ਼ਿਆਦਾ ਬੜੀ ਡੀਪ ਗੱਲਾਂ ਵਾ ਇੱਕ ਇੰਟਰਵਿਊ ਦੇ ਵਿੱਚ ਮੈਂ ਨਹੀਂ ਗੱਲ ਕਰ ਸਕਦਾ, ਕਿਉਂਕਿ ਸਾਨੂੰ ਕਿਹੜਾ ਇਸ ਚੀਜ਼ ਬਾਰੇ ਬਹੁਤ ਗਿਆਨ ਆ। ਲੇਕਿਨ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ ਵੀ ਤੁਸੀਂ ਜਿਹੜੀ ਗੱਲ ਕੀਤੀ ਸੀ, ਰਾਹੁਲ ਗਾਂਧੀ ਜੀ ਅੱਜ ਤੋਂ ਨਹੀਂ, ਬੜੇ ਦਿਨ ਤੋਂ ਇਹ ਗੱਲ ਕਰ ਰਹੇ ਆ ਵੀ ਮੇਰੀ ਆਈਡੀਓਲੋਜੀ ਦੀ ਲੜਾਈ ਆ। ਲੇਕਿਨ ਸ਼ਾਇਦ ਦੁਨੀਆ ਦੇ ਵਿੱਚ, ਦੇਸ਼ ਦੇ ਵਿੱਚ, ਇਲੈਕਸ਼ਨ ਸਿਸਟਮ ਦੇ ਵਿੱਚ ਅੱਜ ਇਕਨੋਮਿਕਸ ਦੀ ਜ਼ਿਆਦਾ ਲੜਾਈ ਆ। ਅੱਜ ਐਸਪੀਰੇਸ਼ਨਲ ਕਲਾਸ ਆ। ਅੱਜ ਲੋਕਾਂ ਦੇ ਵਿੱਚ ਇਹ ਜ਼ਿਆਦਾ ਲੜਾਈ ਲੱਗੀ ਆ ਵੀ ਸਾਨੂੰ ਇਕਨੋਮਿਕਲੀ ਕੌਣ ਜ਼ਿਆਦਾ ਵਧੀਆ ਪੈਕੇਜ ਦੇ ਸਕਦਾ ਵਾ। ਮਨਮੋਹਨ ਸਿੰਘ ਨੇ ਬੜੀ ਵਧੀਆ ਇਕਨੋਮੀ ਚਲਾਈ, ਲੇਕਿਨ ਨਰਿੰਦਰ ਮੋਦੀ ਨੇ ਆ ਕੇ ਇਕਨੋਮੀ ਦੀ ਜਗ੍ਹਾ ਉਹਨੇ ਨੈਸ਼ਨਲਿਜ਼ਮ ਦੇ ਉੱਤੇ ਲਿਆ ਕੇ ਡਿਬੇਟ ਖੜੀ ਕਰਤੀ। ਉਹਨਾਂ ਨੇ ਹਿੰਦੂਤਵਾ ਨੂੰ ਇੱਕ ਇਸ ਤਰੀਕੇ ਦਾ ਮੈਸੇਜ ਬਣਾਤਾ ਜਿਵੇਂ ਵੀ ਮਤਲਬ ਇੱਕ ਤਰ੍ਹਾਂ ਤੋਂ ਮੰਦਰ ਵਰਸਸ ਮਸਜਿਦ ਕਰਤਾ, ਆਪਸ 'ਚ ਵੰਡੀਆਂ ਪਾਤੀਆਂ। ਇੱਕ ਇਹੋ ਜਿਹਾ ਥਾਟ ਪ੍ਰੋਸੈਸ ਖੜਾ ਕਰਤਾ ਜਿਹੜਾ ਸ਼ਾਇਦ ਅੱਜ ਦੇਸ਼ ਦੇ ਵਿੱਚ ਕਾਫੀ ਨੁਕਸਾਨ ਕਰ ਰਿਹਾ ਵਾ। ਨੌਕਰੀ ਦੀ ਗੱਲ ਨਹੀਂ ਹੋ ਰਹੀ, ਇਕਨੋਮਿਕ ਰਿਵਾਈਵਲ ਦੀ ਗੱਲ ਨਹੀਂ ਹੋ ਰਹੀ, ਕਰੋਨਾ ਦੇ ਵਿੱਚ ਇੰਨੀਆਂ ਜਾਨਾਂ ਗਈਆਂ ਉਹਦੀ ਗੱਲ ਨਹੀਂ ਹੋ ਰਹੀ। ਔਰ ਗੱਲ ਕੀ ਹੋ ਰਹੀ ਆ ਵੀ ਹਿੰਦੂ ਖਤਰੇ 'ਚ ਆ। ਗੱਲ ਇਹ ਹੋ ਰਹੀ ਆ ਵੀ ਕੀ ਇਹ ਲੋਕਾਂ ਦੇ ਕੋਲ NRC CAA ਦੇ ਉੱਤੇ ਜਦੋਂ ਡਿਬੇਟ ਹੋਈ,
ਵੀ ਇਹ ਬੰਦਿਆਂ ਕੋਲ ਰਹਿਣ ਦਾ ਹੱਕ ਆ ਕਿ ਨਹੀਂ ਹੱਕ, ਇਹ ਬੰਦਿਆਂ ਨੂੰ ਖਾਣ ਦਾ ਹੱਕ ਆ ਕਿ ਨਹੀਂ ਹੱਕ, ਇੰਸਟੀਟਿਊਸ਼ਨਸ ਦਾ ਕਿਸ ਤਰੀਕੇ ਨਾਲ ਘਾਣ ਹੋ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਦੇ ਮਾਇਨੇ ਬਦਲ ਕੇ ਰੱਖਤੇ ਆ ਨਰਿੰਦਰ ਮੋਦੀ ਨੇ, ਔਰ ਦੇਸ਼ ਨੂੰ ਇੱਕ ਨਫ਼ਰਤ ਦੀ ਰਾਜਨੀਤੀ ਦੇ ਉੱਤੇ, ਫਾਸਿਜ਼ਮ ਦੀ ਰਾਜਨੀਤੀ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ। ਪਰ ਬਾਈ ਕਾਂਗਰਸ ਕੋਲ ਤਾਂ ਬਹੁਤ ਵੱਡੇ ਚਿਹਰੇ ਨੇ, ਰਾਹੁਲ ਗਾਂਧੀ ਨੇ, ਕਨਈਆ ਕੁਮਾਰ ਨੇ, ਜਗਨੇਸ਼ ਨੇ, ਤਾਂ ਐਡੀ ਜਿਹੜੀ ਸਟਰੈਂਥ ਆ ਕਾਂਗਰਸ ਕੋਲੇ ਪੜ੍ਹੇ ਲਿਖੇ ਤੇ ਚੰਗੇ ਲੀਡਰਸ ਦੀ, ਤਾਂ ਫਿਰ ਉਹਨਾਂ ਦੇ ਨਾਲ ਵੀ ਜਿਹੜਾ ਤੁਸੀਂ ਕਹਿੰਦੇ ਹੋ ਬੀਜੇਪੀ ਇੱਕ ਗਲਤ ਮੈਸੇਜ ਦੇ ਰਹੀ ਆ, ਉਹ ਕਿਉਂ ਨਹੀਂ ਤੁਸੀਂ ਉਹਨੂੰ ਮਤਲਬ ਡਿਫੈਂਡ ਕਰ ਪਾ ਰਹੇ ਲੋਕਾਂ ਤੱਕ? ਅਸਲੀ ਜੋ ਜਾਣਾ ਚਾਹੀਦਾ ਫਿਰ ਉਹ ਕਿਉਂ ਨਹੀਂ ਲੈ ਕੇ ਜਾ ਸਕੀ ਕਾਂਗਰਸ? ਦੇਖੋ ਕਿਤੇ ਨਾ ਕਿਤੇ ਸਾਡੀ ਕ੍ਰੈਡੀਬਿਲਿਟੀ ਦੇ ਵਿੱਚ ਵੀ ਫਰਕ ਪਿਆ। ਕਾਂਗਰਸ ਪਾਰਟੀ ਦੇ ਕੋਲ ਵੀ ਇੱਕ ਆਪਣਾ ਬਹੁਤ ਵੱਡਾ ਬੈਗੇਜ ਸੀ ਜੀ, ਕਾਂਗਰਸ ਪਾਰਟੀ ਨੇ ਵੀ ਬਹੁਤ ਗਲਤੀਆਂ ਕੀਤੀਆਂ ਸੀ, ਔਰ ਇਹ ਸਵਾਲਾਂ ਦੇ ਜਵਾਬ ਅਸੀਂ ਵੀ ਲੱਭਣਾ ਚਾਹ ਰਹੇ ਹਾਂ ਵੀ ਲੋਕ ਜਿਹੜੇ ਆ ਬੀਜੇਪੀ ਵੱਲ ਕਿਉਂ ਇੰਨਾ ਅਟਰੈਕਟ ਹੁੰਦੇ ਆ। ਤੁਸੀਂ ਪਿੱਛੇ ਜੇ ਯੂਪੀ ਦੇ ਵਿੱਚ ਜੋ ਹਾਲਾਤ ਰਹੇ, ਕ੍ਰਾਈਮ ਰੇਟ ਪੂਰਾ ਵਧਿਆ ਰਿਹਾ, ਬੇਰੁਜ਼ਗਾਰੀ ਬਹੁਤ ਵਧੀ ਰਹੀ, ਤੇਲ ਦੀਆਂ ਕੀਮਤਾਂ ਤੋਂ ਲੈ ਕੇ ਮਹਿੰਗਾਈ ਦੀਆਂ ਕੀਮਤਾਂ ਤੋਂ ਲੈ ਕੇ ਕਿੰਨਾ ਕੁਛ ਰਿਹਾ ਜੀ, ਲੇਕਿਨ ਮੁੱਦਾ ਕੀ ਉੱਥੇ ਡੋਮੀਨੇਟ ਕੀਤਾ? 80 ਵਰਸਸ 20 ਕਰਤਾ ਉਹਨਾਂ ਨੇ। ਮਤਲਬ ਇਸ ਤਰੀਕੇ ਨਾਲ ਇੱਕ ਨੈਰੇਟਿਵ ਸੈੱਟ ਕੀਤਾ ਜਿਹੜਾ ਸ਼ਾਇਦ ਅਸੀਂ ਛੱਡੋ ਸਮਾਜਵਾਦੀ ਔਰ ਬਾਕੀ ਪਾਰਟੀਆਂ ਵੀ ਤੋੜ ਨਹੀਂ ਸਕੀਆਂ। ਉੱਤਰਾਖੰਡ ਦੇ ਵਿੱਚ ਉਹ ਸਰਕਾਰ ਬਣਾ ਗਏ, ਗੋਆ ਦੇ ਵਿੱਚ ਰੱਜ ਕੇ ਕਰਪਸ਼ਨ ਹੋਈ, ਅਸੀਂ ਸਰਕਾਰ ਨਹੀਂ ਬਣਾ ਸਕੇ ਕਿਉਂਕਿ ਸ਼ਾਇਦ ਅਸੀਂ ਜਿਹੜਾ ਆਪਣਾ ਮੈਸੇਜ ਆ ਉਹ ਇਕੱਲਾ ਟੀਵੀ, ਟਵਿੱਟਰ, ਫੇਸਬੁੱਕ ਤੱਕ ਹੀ ਸੀਮਤ ਰੱਖ ਰਹੇ। ਸਾਨੂੰ ਜਾ ਕੇ ਥੱਲੇ ਲੋਕਾਂ ਨੂੰ ਇਹ ਸਮਝਾਉਣਾ ਪਊਗਾ ਵੀ ਇਹ ਤੁਹਾਨੂੰ ਕਿਸ ਤਰੀਕੇ ਨਾਲ ਡਾਇਵਰਟ ਕਰ ਰਿਹਾ ਮੁੱਦਿਆਂ ਤੋਂ। ਰੁਜ਼ਗਾਰ ਤੋਂ ਵੱਡਾ ਮੁੱਦਾ ਕੋਈ ਨਹੀਂ ਹੈਗਾ, ਰੁਜ਼ਗਾਰ ਸਭ ਤੋਂ ਵੱਡਾ ਮੁੱਦਾ ਵਾ, ਲੇਕਿਨ ਸ਼ਾਇਦ ਲੋਕਾਂ 'ਚ ਜਿਹੜਾ ਵਿਸ਼ਵਾਸ ਪੈਦਾ ਕਰਨਾ ਵੀ ਅਸੀਂ ਰੁਜ਼ਗਾਰ ਦਵਾ ਸਕਦੇ ਹਾਂ ਕਾਂਗਰਸ ਪਾਰਟੀ, ਉਹ ਅਸੀਂ ਨਹੀਂ ਕਰ ਪਾ ਰਹੇ। ਇਕਨੋਮਿਕ ਰਿਵਾਈਵਲ ਜਿਹੜਾ ਵਾ ਅੱਜ ਦੇ ਸਮੇਂ ਛੋਟਾ ਬਿਜ਼ਨਸਮੈਨ ਮਰ ਰਿਹਾ ਵਾ, ਉਹਨੂੰ ਇਹ ਵਿਸ਼ਵਾਸ ਪੈਦਾ ਕਰਨਾ ਵੀ ਅਸੀਂ ਕਾਂਗਰਸ ਪਾਰਟੀ ਤੇਰਾ ਰਿਵਾਈਵਲ ਕਰ ਸਕਦੇ ਹਾਂ, ਅਸੀਂ ਨਹੀਂ ਕਰ ਪਾ ਰਹੇ। ਇਸ ਕਰਕੇ ਉਹ ਫਿਰ ਸੈਕੰਡ ਆਪਸ਼ਨ ਜਿਹੜੀ ਹੁੰਦੀ ਆ, ਉਹ ਭਾਵੇਂ ਧਰਮ ਦੇ ਨਾਮ ਤੇ ਹੋਵੇ, ਉਹ ਭਾਵੇਂ ਨਫ਼ਰਤ ਦੇ ਨਾਮ ਦੇ ਉੱਤੇ ਹੋਵੇ, ਇਹ ਵੀ ਸਾਡੇ ਅੰਦਰ ਇਨਬਿਲਟ ਹੀ ਆ ਨਾ ਸਾਰਾ ਕੁਝ। ਅਗਰ ਆਪਾਂ ਕਹੀਏ ਧਰਮ ਵੀ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਵਾ, ਉਹੀ ਨਫ਼ਰਤ ਜਿਹੜੀ ਆ ਉਹ ਵੀ ਇੱਕ ਆਪਸ ਇੰਡੀਵਿਜੂਅਲ ਇੱਕ ਕਰੈਕਟਰ ਆ, ਉਹਨੂੰ ਉਹ ਜ਼ਿਆਦਾ ਤਰੀਕੇ ਨਾਲ ਉਭਾਰ ਕੇ ਉਹਨੂੰ ਵਰਤ ਲੈਂਦੇ ਆ, ਔਰ ਜਿਹੜਾ ਸਾਡੇ ਸੋਚ ਆ ਅਸੀਂ ਉਹਨੂੰ ਨਹੀਂ ਵਰਤ ਸਕਦੇ। ਇਹਦੇ ਕਰਕੇ ਸ਼ਾਇਦ ਕਿਤੇ ਕਮੀ ਪੇਸ਼ੀ ਰਹਿ ਜਾਂਦੀ ਹੈ। ਦਰੁਸਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਔਰ ਮੈਂ ਤੈਨੂੰ ਕਹਿੰਦਾ ਕੱਲੀ ਆਈਡੀਓਲੋਜੀ ਦੇ ਉੱਤੇ ਲੜਾਈ ਨਹੀਂ ਰਹਿ ਜਾਂਦੀ ਜੀ। ਆਈਡੀਓਲੋਜੀ ਇੱਕ ਸਰਕਾਰ ਦੇ ਵਿੱਚ ਆ ਕੇ ਤੁਸੀਂ ਜ਼ਰੂਰ ਪੂਰਾ ਕਰਦੇ, ਉਸ ਤੋਂ ਇਲਾਵਾ ਤੁਹਾਡੇ ਆਪ ਦੇ ਨੇਤਾਵਾਂ ਦੀ ਪਹਿਚਾਣ, ਉਹਨਾਂ ਦੀ ਕ੍ਰੈਡੀਬਿਲਿਟੀ, ਉਹਨਾਂ ਦੀ ਸੋਚ, ਉਹਨਾਂ ਦੇ ਕਾਰਗੁਜ਼ਾਰੀ। ਹੁਣ ਇੱਕ ਪਾਸੇ ਤਾਂ ਅਸੀਂ ਗੱਲਾਂ ਕਰੀ ਜਾਈਏ ਨਫ਼ਰਤ ਦੀਆਂ ਤੇ ਆਪਣਾ ਕੀ ਕਹਿੰਦੇ ਭਾਈਚਾਰੇ ਦੀਆਂ, ਔਰ ਦੂਜੇ ਪਾਸੇ ਆਪਸ 'ਚ ਇੱਕ ਦੂਜੇ ਨੂੰ ਵੱਢੀ ਜਾਈਏ, ਆਪਸ 'ਚ ਇੱਕ ਦੂਜੇ ਨਾਲ ਲੜੀ ਜਾਈਏ, ਫਿਰ ਉੱਥੇ ਭਾਈਚਾਰਾ ਕਿੱਥੇ ਜਾਊਗਾ, ਉੱਥੇ ਆਈਡੀਓਲੋਜੀ ਕਿੱਥੇ ਜਾਊਗੀ। ਸੋ ਅਲਟੀਮੇਟਲੀ ਜੋ ਤੁਸੀਂ ਕਹਿੰਦੇ ਹੋ ਉਹਨੂੰ ਤੁਹਾਨੂੰ ਪ੍ਰੈਕਟਿਸ ਕਰੋ, ਜੋ ਤੁਸੀਂ ਕਹਿ ਰਹੇ ਹੋ ਜਦ ਤੱਕ ਤੁਹਾਨੂੰ ਲੋਕਾਂ ਨੂੰ ਉਹ ਚੀਜ਼ ਤੁਹਾਡੇ ਅੰਦਰ ਨਹੀਂ ਵਿਖਦੀ। ਹੁਣ ਉਹ ਬੀਜੇਪੀ ਵਾਲੇ ਸ਼ਰੇਆਮ ਕਹਿੰਦੇ ਵੀ ਅਸੀਂ ਤਾਂ ਬਈ ਮੁਸਲਮਾਨ ਵਿਰੋਧੀ ਹਾਂ, ਔਰ ਲੋਕਾਂ ਨੂੰ ਲੱਗਦਾ ਹਾਂ ਭਈ ਇਹ ਵਾਕਈ ਮੁਸਲਮਾਨ ਵਿਰੋਧੀ ਆ। ਸਾਡੇ ਵਾਲੇ ਨਾ ਤਾਂ ਇਹ ਦਰਸਾ ਪਾਉਂਦੇ ਆ ਵੀ ਅਸੀਂ ਵੀ ਸੈਕੂਲਰ ਆ, ਕਿਉਂਕਿ ਫਿਰ ਜਦੋਂ ਕਈ ਇਹੋ ਜਿਹੇ ਫੈਸਲੇ ਲਿੱਤੇ ਜਾਂਦੇ ਜਿੱਥੇ ਸਾਡੇ ਸੈਕੂਲਰ ਕ੍ਰੈਡੈਂਸ਼ੀਅਲਸ ਦੇ ਉੱਤੇ ਸਵਾਲ ਚੱਕੇ ਜਾਂਦੇ ਆ, ਫਿਰ ਲੋਕਾਂ ਨੂੰ ਲੱਗਦਾ ਵੀ ਸਾਡੀ ਸ਼ਾਇਦ ਕ੍ਰੈਡੀਬਿਲਿਟੀ ਦੇ ਵਿੱਚ ਫਰਕ ਆ। ਜਿਸ ਦਿਨ ਅਸੀਂ ਵਾਕ ਦੀ ਟਾਕ ਕਰਨ ਲੱਗ ਪਾਂਗੇ, ਜੋ ਕਵਾਂਗੇ ਉਹ ਕਰਨ ਲੱਗ ਪਾਂਗੇ, ਉਸ ਦਿਨ ਸ਼ਾਇਦ ਲੋਕਾਂ ਨੂੰ ਸਾਡੇ ਉੱਤੇ ਵਿਸ਼ਵਾਸ ਬਣਨਾ ਸ਼ੁਰੂ ਹੋ ਜਾਊਗਾ। ਸ਼ੁਕਰੀਆ ਬਾਈ, ਧੰਨਵਾਦ ਗੱਲਬਾਤ ਕਰਨ ਲਈ। ਸੋ ਸਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੇ ਜਿਨ੍ਹਾਂ ਨੂੰ ਪੂਰੀ ਉਮੀਦ ਆ ਕਾਂਗਰਸ ਇਸ ਕ੍ਰਾਈਸਿਸ ਦੇ ਵਿੱਚੋਂ ਨਿਕਲ ਕੇ ਜਲਦੀ ਹੀ ਦੁਬਾਰਾ ਰਿਵਾਈਵ ਕਰੇਗੀ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੀ।